ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ। ਪ੍ਰੋਫੈਸਰ ਸਾਹਿਬ ਜੀ ਆਇਆਂ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ, ਸਿਆਸਤ ਦੀ ਗੱਲ ਕਰਨ ਲੱਗੇ ਆ ਤਾਂ ਜਦੋਂ ਇੱਕ ਹਲਕੇ ਦਾ ਐਮਐਲਏ ਜਿਹਦੇ ਕੋਲ ਸਿੱਧੇ ਤੌਰ ਤੇ ਕੋਈ ਮੰਤਰਾਲਾ ਨਹੀਂਗਾ, ਉਹਦੇ ਕੋਲ ਪੋਰਟਫੋਲੀਓ ਨਹੀਂਗਾ, ਲੇਕਿਨ ਉਸ ਬੰਦੇ ਦੇ ਆਪਣੇ ਉਹ ਸਲਤਨਤ ਹੈ, ਉਹ ਸਟੇਟ ਹੈ, ਉਹਦੀ ਕਨਸਟੀਟੂਐਂਸੀ ਤੋਂ ਉੱਥੇ ਕੋਈ ਪਰਿੰਦਾ ਪਰ ਨਹੀਂ ਮਾਰ ਸਕਦਾ। ਈਵਨ ਕਿਸੇ ਮੈਂਬਰ ਪਾਰਲੀਮੈਂਟ ਦੀ ਜ਼ਰੂਰਤ ਨਹੀਂ ਵੀ ਉੱਥੇ ਕਿਸੇ ਦੇ ਘਰ ਅਫਸੋਸ ਕਰਾਵੇ ਉਹਦੀ ਕੰਸੈਂਟ ਤੋਂ ਬਿਨਾਂ। ਸੋ ਇਹ ਜਿਹੜੀ ਇਸ ਤਰ੍ਹਾਂ ਦੀ ਕਬਜ਼ੇ ਦੀ ਪ੍ਰਵਿਰਤੀ ਆ, ਇਹਦੇ ਵਿੱਚ ਮਾਈਨਿੰਗ ਤੋਂ ਲੈ ਕੇ ਹਰ ਚੀਜ਼ ਜੇ ਨੱਕ ਥੱਲੇ ਹੋ ਰਹੀ ਆ, ਤੇ ਇਹ ਨਹੀਂ ਕਿ ਐਮਐਲਏ ਦੁੱਧ ਧੋਤੇ ਜਾਂ ਸਾਫ਼ ਸੁਥਰੇ ਆ, ਇਸ ਹਮਾਮ 'ਚ ਸਾਰੇ ਨੰਗੇ ਆ। ਮਹਿਕਮਾ ਤੁਹਾਡੇ ਕੋਲ ਹੋਵੇ ਟਰਾਂਸਪੋਰਟ ਦਾ, ਤੇ ਤੁਸੀਂ ਆਪਣੀ ਫਲੀਟ ਜਿਹੜੀ ਉਹ ਵੱਡੀ ਵੀ ਕਰ ਲਓ, ਤੇ ਰੂਟ ਵੀ ਤੇ ਟਾਈਮ ਵੀ ਉਹ ਪਾ ਲਓ, ਤੇ ਫਿਰ ਇਹਨੂੰ ਕਰਪਸ਼ਨ ਹੀ ਕਵਾਂਗੇ। ਤੇ ਜੇਕਰ ਤੁਸੀਂ ਮੁੱਖ ਮੰਤਰੀ ਹੋਵੋ, ਤੇ ਮੁੱਖ ਮੰਤਰੀ ਹੁੰਦਿਆਂ ਤੁਸੀਂ 8-10 ਕਾਰੋਬਾਰਾਂ ਦੇ ਵਿੱਚ ਹਿੱਸਾ ਪਾ ਲਓ, ਨਾ ਤੁਹਾਨੂੰ ਕੋਈ ਚੈੱਕ ਕਰ ਸਕਦਾ ਹੈ, ਨਾ ਚੈੱਕ ਕਰਨ ਦੀ ਕਿਸੇ ਦੀ ਜ਼ਰੂਰਤ ਆ। ਸੋ ਇਹ ਤਾਂ ਬੜਾ ਖੂਬਸੂਰਤ ਜਿਹਾ ਕੰਮ ਹੈ ਨਾ, ਕਿ ਇੱਕ ਪਾਸੇ ਪਾਵਰ ਤਗੜੀ, ਦੂਜੇ ਬੰਨੇ ਆਪਣੇ ਜਿਹੜੇ ਤੁਹਾਡੇ ਨਿੱਜੀ ਅਸਾਸੇ ਨੇ ਉਹ ਏਡੇ ਵੱਡੇ ਪੱਧਰ ਤੇ ਵੱਧ ਜਾਂਦੇ ਆ ਕਿ ਹਮਾਤੜ ਕੱਲ ਨੂੰ ਪੋਲਿਟਿਕਸ ਵਿੱਚ ਤੁਹਾਡਾ ਕੰਪੀਟੀਸ਼ਨ ਕੀ ਕਰੂਗਾ, ਕੌਣ ਤੁਹਾਡੇ ਖਿਲਾਫ ਇਲੈਕਸ਼ਨਾਂ ਲੜ ਲੂਗਾ, ਕਿਹੜਾ ਮੈਨੇਜਮੈਂਟ ਕਰਾ ਲੂਗਾ। ਜੇ 2-2, 3-300 ਕਰੋੜ ਦੇ ਰਣਨੀਤੀਕਾਰ ਆਉਣੇ ਆ ਤੇ 10-10, 20-20 ਕਰੋੜ ਦੇ ਸਰਵੇ ਵਾਲੇ ਆਉਣੇ ਆ, ਤੇ ਮੈਨੂੰ ਦੱਸੋ ਕਿ ਆਮ ਬੰਦਾ ਕਿੱਥੇ ਜਾਊਗਾ? ਨਹੀਂ, ਬਿਲਕੁਲ ਠੀਕ ਆ। ਇਹ ਮਨੀ ਪਾਵਰ, ਮਸਲ ਪਾਵਰ ਜਿਹੜੀ ਉਸ ਤਰੀਕੇ ਦੀ ਹੋਈ ਹੈ, ਇਨਵਿਜ਼ੀਬਲ ਹੈ। ਹੁਣ ਇਸ ਵੇਲੇ ਤਾਂ ਮੀਡੀਆ ਪਾਵਰ ਬਹੁਤ ਇੰਪੋਰਟੈਂਟ ਹੋ ਗਈ, ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਵਾ, ਤੁਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੀ ਸੋਚ ਦੇ ਵਿੱਚ ਜਿਸ ਕਿਸਮ ਦੀ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਤੁੰਨਣ ਲੈ ਜੋ ਆਫਟਰ ਹਿਊਮਨ ਬੀਇੰਗ ਆ, ਉਹਦੇ ਬਾਰੇ ਜਿਹੜਾ ਹੈਗਾ ਵਾ ਉਹ ਸੋਚਣਾ ਸ਼ੁਰੂ ਕਰ ਦਿੰਦਾ। ਬਲਕਿ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਸਾਰੇ ਕਰੂਡ ਮੈਥਡ ਆ। ਇਸੇ ਕਰਕੇ ਸਾਡੀ ਡੈਮੋਕ੍ਰੇਸੀ, ਡੈਮੋਕ੍ਰੈਟਿਕ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਵਾ ਉਹ ਸਫਰ ਕਰ ਰਹੀਆਂ, ਉਹਨਾਂ ਦੇ ਵਿੱਚ ਕ੍ਰਾਈਸਿਸ ਹੈਗਾ। ਇਸੇ ਕਰਕੇ ਜਿਹੜਾ ਵਾ ਆਮ ਵਿਅਕਤੀ ਜਿਹੜਾ ਸਫਰ ਕਰ ਰਿਹਾ ਵਾ। ਇਸੇ ਕਰਕੇ ਸਾਡੇ ਕੁਝ ਐਮਐਲਏ ਸਾਹਿਬਾਨ ਜਿਹੜੇ ਆ ਇਹ ਗੱਲ ਕਹਿ ਦਿੰਦੇ ਆ ਕਿ ਜਿਹੜਾ ਨੂੰ ਟੁੱਕੜ ਨਹੀਂ ਮਿਲਦਾ ਤਾਂ ਮੈਨੂੰ ਸਵਾਲ ਕਰਦੇ ਆ। ਮੈਨੂੰ ਉਹ ਗੱਲ ਜਿਹੜੀ ਹੈਗੀ ਅਜੇ ਵੀ ਬਹੁਤ ਮੇਰੇ ਲਈ ਦੁਖਦਾਈ ਹੈਗੀ ਆ। ਇੱਕ ਚੁਣਿਆ ਹੋਇਆ, ਜਿਹੜਾ ਲੋਕਾਂ ਦੁਆਰਾ ਚੁਣਿਆ ਹੋਇਆ ਜਿਹੜਾ ਨੁਮਾਇੰਦਾ ਹੈਗਾ, ਉਹ ਆਪਣੇ ਲੋਕਾਂ ਨੂੰ ਇਹ ਕਵੇ, ਇਹ ਤੋਂ ਵੱਧ ਮੈਨੂੰ ਲੱਗਦਾ ਵੀ ਜਿਹੜਾ ਕਹਿ ਸਕਦੇ ਆ ਕਿ ਜਿਹੜੀ ਬੈਂਕਰਪਸੀ ਹੈਗੀ ਆ, ਜਾਂ ਇਹ ਤੋਂ ਵੱਧ ਜਿਹੜੀ ਉਹਨੂੰ ਕਹਿ ਦੇ ਵੀ ਉਹ ਬੰਦੇ ਦਾ ਜਿਹੜਾ ਇੰਨਾ ਜ਼ਿਆਦਾ ਗਰੂਰ ਹੈਗਾ ਵਾ, ਉਹ ਤਾਂ ਕਿਸੇ ਸੱਭਿਅ ਸਮਾਜ ਦੇ ਵਿੱਚ ਨਹੀਂ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈਗੀ ਆ ਰੰਧਾਵਾ ਸਾਹਿਬ, ਇਹ ਹੁਣ ਇਹਨਾਂ ਲਈ ਵੀ ਬਹੁਤ ਕੰਮ ਸੌਖਾ ਨਹੀਂ ਰਹਿ ਗਿਆ। ਹੁਣ ਦਿਨੋਂ ਦਿਨ ਇਹਨਾਂ ਲਈ ਵੀ ਔਖਾ ਹੋਈ ਜਾਂਦਾ ਹੈ। ਔਰ ਆਪਾਂ ਦੇਖਦੇ ਹਾਂ ਕਿ ਹੁਣ ਜਿਹੜੇ ਖਾਸ ਕਰਕੇ ਪਹਿਲੇ ਸਮੇਂ ਦੇ ਵਿੱਚ ਕੋਈ ਐਮਐਲਏ ਇਸ ਵੇਲੇ ਜਿਹੜੇ ਬਹੁਤ ਵੱਡੇ ਵੱਡੇ ਧਰੰਤਰ ਐਮਐਲਏ ਸੀਗੇ, ਐਮਪੀ ਸੀਗੇ, ਈਵਨ ਮੰਤਰੀ ਸੀ, ਜਾਂ ਜਿਹੜੇ ਉਪ ਮੁੱਖ ਮੰਤਰੀ ਵੀ ਸੀਗੇ, ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ ਇਸ ਵੇਲੇ ਕਾਫੀ ਡਿਫਿਕਲਟ ਹੋਇਆ। ਕਿਉਂਕਿ ਜਦੋਂ ਲੋਕਾਂ ਨੂੰ ਸਵਾਲ ਪੁੱਛਦੇ ਆ, ਉਹਨਾਂ ਨੂੰ ਕਿਉਂਕਿ ਦਿਸਦਾ ਇਸ ਕਰਕੇ ਆ ਕਿ ਹਰ ਚੀਜ਼ ਵਿਜ਼ੀਬਲ ਹੈਗੀ ਆ। ਤੁਹਾਡੇ ਕੋਲ ਮੀਡੀਆ ਹੈਗਾ, ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ, ਤੁਹਾਡੇ ਕੋਲ ਪ੍ਰਿੰਟ ਮੀਡੀਆ ਹੈਗਾ, ਤੁਸੀਂ ਗੱਲਬਾਤ ਕਰਦੇ ਹੋ, ਤੁਹਾਡੀਆਂ ਆਪਣੀਆਂ ਤਕਲੀਫਾਂ ਬਹੁਤ ਆ। ਹਰ ਵਿਅਕਤੀ ਉਦੋਂ ਸੋਚਣਾ ਸ਼ੁਰੂ ਕਰ ਦਿੰਦਾ ਵਾ ਜਦੋਂ ਉਹ ਦੁੱਖ ਦੇ ਵਿੱਚ ਹੁੰਦਾ, ਜਦੋਂ ਉਹ ਤਕਲੀਫ ਦੇ ਵਿੱਚ ਹੁੰਦਾ, ਜਦੋਂ ਸਮੱਸਿਆ ਦੇ ਵਿੱਚ ਹੁੰਦਾ। ਸਮਾਜ ਦਾ ਕੋਈ ਤਬਕਾ ਇਹੋ ਜਿਹਾ ਨਹੀਂ, ਖਾਸ ਕਰਕੇ ਜਿਹੜਾ ਥੱਲੜਾ ਸਮਾਜ ਹੈਗਾ, ਕਿ ਜਿਹੜਾ ਦੁੱਖ ਤਕਲੀਫਾਂ 'ਚ ਨਹੀਂ ਹੁੰਦਾ। ਜਦੋਂ ਦੁੱਖ ਤਕਲੀਫਾਂ ਦੇ ਵਿੱਚ ਹੁੰਦਾ ਤਾਂ ਕਈ ਵਾਰੀ ਆਪਣਾ ਜੋ ਰੈਸ਼ਨਲ ਜਿਹੜੀ ਅੰਡਰਸਟੈਂਡਿੰਗ ਉਹਨੂੰ ਛੱਡ ਕੇ ਉਹ ਸਾਰਾ ਭਾਰ ਇਹਨਾਂ ਤੇ ਪਾਉਣਾ ਸ਼ੁਰੂ ਕਰ ਦਿੰਦਾ ਵੀ ਇਹ ਬੰਦੇ ਜ਼ਿੰਮੇਵਾਰ ਆ ਸਾਡੀ ਸਾਰੀ ਜਿਹੜੀ ਇਸ ਕਿਸਮ ਦੀ ਜਿਹੜੀ ਸਾਡੀ ਹਾਲਤ ਇਹਨਾਂ ਨੇ ਕੀਤੀ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹਨਾਂ ਲਈ ਵੀ ਇਹ ਚੈਲੰਜ ਹੋ ਰਿਹਾ ਵਾ। ਲੋਕ ਵੀ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ। ਉਹਦੀ ਇਹੀ ਗੱਲ ਆ, ਇਹ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਇਹ ਰਾਜਨੀਤੀਵਾਨ ਸਾਡੇ ਤੋਂ ਇੱਕ ਪੀੜ੍ਹੀ ਅੱਗੇ ਆ। ਜੇ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਵੀ ਇਹ ਜੇ ਬੰਦੇ ਦੇ ਪੁੱਤ ਬਣਦੇ ਆ, ਅਕਾਊਂਟੇਬਿਲਿਟੀ ਲਿਆਉਂਦੇ ਆ, ਅਸੀਂ ਵੋਟ ਪਾਵਾਂਗੇ, ਨਹੀਂ ਤੇ ਸਾਡੇ ਲਈ ਹੋਰ ਆ ਜਾਣਗੇ, ਆਲਟਰਨੇਟਿਵ ਆ ਜਾਣਗੇ। ਤਾਂ ਇਸ ਕਰਕੇ ਇਹਨਾਂ ਨੂੰ ਤਾਂ ਸੁਧਾਰਨ ਦਾ ਇੱਕੋ ਤਰੀਕਾ ਹੈਗਾ ਨੋਰਮਲ ਕਰਦਾ। ਹੁਣ ਦੇਖੋ ਵੈਸਟਰਨ ਦੀ ਜਿਹੜੀ ਪੋਲਿਟਿਕਸ ਹੈਗੀ ਆ, ਉੱਥੇ ਵੀ ਐਮਐਲਏ ਆ, ਐਮਪੀ ਆ, ਨਾਰਮਲ ਬਿਹੇਵੀਅਰ ਆ, ਚੀਫ ਮਿਨਿਸਟਰ ਵੀ ਤੁਰਿਆ ਫਿਰਦਾ ਵਾ, ਪ੍ਰਾਈਮ ਮਿਨਿਸਟਰ ਵੀ ਤੁਰਿਆ ਫਿਰਦਾ, ਉਸੇ ਤਰੀਕੇ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸਾਡੇ ਜਿਹੜਾ ਇਹਨਾਂ ਨੇ ਡਿਸਟਿੰਕਟ ਕਰ ਦਿੱਤਾ ਸੀ ਕਿ ਮੈਂ ਰਾਜਾ ਹੈ, ਕਿਉਂਕਿ ਸਾਡੀ ਜਿਹੜੀਆਂ ਵੈਲਿਊ ਸਿਸਟਮ ਸੀ ਨਾ, ਪਿਤਾ ਪੁਰਖੀ ਵਾਲਾ, ਕਿ ਮੇਰਾ ਬਾਬਾ ਸੀ, ਮੇਰਾ ਪੜਦਾਦਾ ਸੀ, ਉਹ ਰਾਜਾ ਹੁੰਦਾ ਸੀ, ਫਿਊਡਲ ਸਮੇਂ ਦੀ ਗੱਲ ਕਰ ਦਿੰਦੇ ਆ। ਸ਼ਾਇਦ ਉਹ ਜਿਹੜਾ ਹੁਣ ਸਮਾਂ ਹੌਲੀ ਹੌਲੀ ਥੋੜਾ ਉਹਦੇ ਵਿੱਚੋਂ ਤਬਦੀਲੀ ਹੋਣ ਲੱਗੀ ਆ, ਜਿਹਦੇ ਨਾਲ ਇਹ ਜਿਹੜੇ ਮਸਲੇ ਸੀ ਖਾਸ ਕਰਕੇ। ਹੁਣ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਹਰ ਐਮਐਲਏ ਆਪਣੇ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਜਿੰਨੀ ਉਹਦੀ ਆਪਣੀ ਹੈਗੀ ਆ ਸਮਝ ਆ, ਪਟਵਾਰੀਆਂ ਕੋਲੋਂ ਜਿਹੜਾ ਹੈਗਾ ਕੰਮ ਕਰਾਉਂਦਾ ਵਾ, ਤਹਿਸੀਲਦਾਰ ਬਹੁਤ ਵੱਡੀ ਗੱਲ ਹੈਗੀ ਆ, ਥਾਣੇਦਾਰਾਂ ਕੋ ਕਰਾਉਂਦੇ ਆ, ਮੁਨਸ਼ੀਆਂ ਕੋ ਕਰਾਉਂਦੇ ਆ, ਸਾਰਾ ਕੁਝ ਕਰਾਉਂਦੇ ਆ, ਔਰ ਇਹ ਬਦਨਾਮ ਹੁੰਦੇ ਆ। ਸਭ ਲੋਕਾਂ ਨੂੰ ਪਤਾ ਹੈ ਕੀ ਕਰਦੇ ਉਹਦੇ ਵਿੱਚੋਂ ਔਰ ਕਿਵੇਂ ਕਰਦੇ ਆ। ਇਸ ਕਰਕੇ ਇਹਨਾਂ ਲਈ ਵੀ ਚੈਲੰਜ ਹੈ
ਕਿਉਂਕਿ ਇਹਨਾਂ ਨੇ ਜਿਹੜਾ ਨਾਰਮਲ ਪ੍ਰੋਸੈਸ ਹੋਣਾ ਚਾਹੀਦਾ, ਇਹ ਜਦੋਂ ਐਮਐਲਏ ਬਣ ਜਾਂਦਾ ਜਾਂ ਮੰਤਰੀ ਬਣ ਜਾਂਦਾ, ਉਹ ਨਾ ਕਿ ਪਾਰਟੀ ਦਾ ਹੁੰਦਾ, ਨਾ ਕਿ ਟੱਬਰ ਦਾ ਹੁੰਦਾ। ਜਿੱਦਾਂ ਤੁਸੀਂ ਕਿਹਾ ਨਾ, ਮੰਤਰੀ ਬਣ ਗਏ, ਮੁੱਖ ਮੰਤਰੀ ਬਣ ਗਏ, ਦੂਸਰਿਆਂ ਸਰਕਾਰੀ ਸਿਸਟਮ ਜਾਵੇ ਪਹਾੜ ਦੇ ਵਿੱਚ, ਮੇਰਾ ਹੀ ਜਿਹੜਾ ਹੋਣਾ ਚਾਹੀਦਾ। ਮਤਲਬ ਇਹ ਅਹਿਸਾਸ ਇਹਨਾਂ ਨੂੰ ਕਦੋਂ ਆਊਗਾ ਵੀ ਭਾਈ ਜੇ ਸਭ ਦਾ ਭਲਾ ਹੋਊਗਾ ਤੇ ਫਿਰ ਸਾਡਾ ਵੀ ਭਲਾ ਹੋ ਜਾਊਗਾ। ਤੋ ਇਸ ਕਰਕੇ ਇਹਦੇ ਵਿੱਚ ਤਾਂ ਇੱਕੋ ਹੀ ਗੱਲ ਹੈਗੀ ਆ ਕਿ ਜਿੰਨੇ ਲੋਕਾਂ ਦੇ ਵਿੱਚ ਜ਼ਿਆਦਾ ਅਵੇਅਰਨੈਸ ਆ ਸਕੇ, ਜਾਗਰੂਕਤਾ, ਜਿੰਨਾ ਲੋਕਾਂ ਨਾਲ ਇੰਟਰੈਕਸ਼ਨ ਕੀਤੀ ਜਾਵੇ, ਤੇ ਉਹੀ ਜਿਹੜਾ ਇਹਦਾ ਇਲਾਜ ਹੋ ਸਕਦਾ। ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਜਿਹੜਾ ਨੁਕਤਾ ਉਠਾਇਆ ਉਹ ਬਹੁਤ ਅਹਿਮ ਆ ਕਿ ਅਸੀਂ ਲੋਕਾਂ ਨੇ ਇਹਨਾਂ ਨੂੰ ਰੱਬ ਬਣਾ ਲਿਆ, ਤੇ ਇਹੀ ਸਭ ਤੋਂ ਵੱਡਾ ਸੰਕਟ ਹੈ ਕਿ ਨਾ ਜੀ ਉਹ ਤਾਂ ਮੰਤਰੀ, ਉਹਨੂੰ ਨਹੀਂ ਮਿਲਣਾ ਜੀ, ਉਹਦੇ ਸਾਹਮਣੇ ਹੱਥ ਜੋੜ ਕੇ ਖਲੋਣਾ, ਉਹਦੇ ਗਲ 'ਚ ਹਾਰ ਹੀ ਪੈਣਾ, ਉਹਨੂੰ ਸਭ ਤੋਂ ਵੱਡੀ ਕੁਰਸੀ ਤੇ ਹੀ ਬਿਠਾਉਣਾ। ਸਾਡੇ ਵਿਆਹ ਸ਼ਾਦੀਆਂ ਤੇ ਮਰਨੇ ਕਰਨੇ ਵੀ ਪੂਰੇ ਨਹੀਂ ਹੁੰਦੇ ਜਿੰਨਾ ਚਿਰ ਕੋਈ ਏਡਾ ਵੱਡਾ ਬੰਦਾ ਆ ਕੇ ਸਾਡੇ ਨਾਲ ਖੁਸ਼ੀ ਜਾਂ ਅਫਸੋਸ ਜ਼ਾਹਰ ਨਹੀਂ ਕਰ ਜਾਂਦਾ। ਇਹ ਵੀ ਸਟੇਟਸ ਸਿੰਬਲ ਬਣ ਗਿਆ ਕਿ ਫਲਾਣੇ ਦੇ ਵਿਆਹ ਦੇ ਵਿੱਚ ਕਿੰਨੇ VIP ਆਏ ਸੀ। ਇਹੀ ਸਾਡੀ ਮਾਨਸਿਕਤਾ, ਜਿਸ ਮਾਨਸਿਕਤਾ ਨੂੰ ਲਤਾੜਨ ਦੇ ਵਿੱਚ ਪਿਤਾ ਪੁਰਖੀ ਸਿਆਸਤ ਅੱਗੇ ਵੱਧਦੀ ਜਾਂਦੀ ਹੈ। ਕਿਉਂਕਿ ਜੇ ਇੰਨੀ ਸਰਦਾਰੀ ਮਹਾਰਾਜਾਂ ਦਾ ਦੌਰ ਨਿਕਲ ਗਿਆ, ਲੇਕਿਨ ਜੇ ਇਦਾਂ ਦੇ ਡੈਮੋਕ੍ਰੇਸੀ ਦੇ ਮਹਾਰਾਜੇ ਬਣਦੇ ਹੋਣ ਤੇ ਕਿਉਂ ਨਹੀਂ ਕੋਈ ਬਣਨਾ ਚਾਹੂਗਾ। ਸੋ ਪਿਓ ਜਿਹੜਾ ਆਪਣੇ ਪੁੱਤ ਨੂੰ ਸ਼ਿੰਗਾਰ ਲੈਂਦਾ ਤੇ ਮੁੜ ਕੇ ਨਾਲ ਕਈ ਰਿਸ਼ਤੇਦਾਰੀਆਂ ਵੀ ਸ਼ਿੰਗਾਰ ਲਈਆਂ ਜਾਂਦੀਆਂ। ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਨਾ, ਜਿਹੜੀ ਖਾਸ ਕਰਕੇ ਮੈਨੂੰ ਤਾਂ ਲੱਗਦਾ ਕਿ ਪੰਚਾਇਤੀ ਰਾਜ ਸਿਸਟਮ ਤਾਂ ਲਿਆਂਦਾ ਸੀ ਕਿ ਅਸੀਂ ਆਪਣੇ ਲੋਕਤੰਤਰ ਨੂੰ ਤਕੜਾ ਕਰੀਏ, ਅਸੀਂ ਪਾਰਟੀ ਸਿਸਟਮ ਨੂੰ ਤਕੜਾ ਕਰੀਏ, ਅਸੀਂ ਪਾਰਲੀਮੈਂਟ ਨਿਜ਼ਾਮ ਨੂੰ ਤਕੜਾ ਕਰੀਏ। ਪਰ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਸਭ ਤੋਂ ਜ਼ਿਆਦਾ ਭੱਠਾ ਜਿਹੜਾ ਵਾ ਸਾਡੀਆਂ ਗ੍ਰਾਸ ਰੂਟ ਲੈਵਲ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਉਹਦੇ ਵਿੱਚ ਬਿਠਾਇਆ, ਜਿੱਥੇ ਪੰਚਾਇਤਾਂ ਹੈਗੀਆਂ। ਸਭ ਤੋਂ ਵੱਡਾ ਖਲਾਰਾ, ਸਭ ਤੋਂ ਵੱਡੀ ਲੜਾਈ, ਸਭ ਤੋਂ ਵੱਡਾ ਜਿਹੜੀ ਧੜੇਬੰਦੀ ਆ ਉੱਥੋਂ ਸ਼ੁਰੂ ਹੁੰਦੀ ਆ, ਬਲਾਕ ਸੰਮਤੀਆਂ ਤੱਕ ਜਾਂਦੀ ਆ, ਜ਼ਿਲ੍ਹਾ ਪ੍ਰੀਸ਼ਦ ਤੱਕ ਜਾਂਦੀ ਆ, ਮਿਊਨਿਸਪਲ ਕਾਰਪੋਰੇਸ਼ਨ ਕਮੇਟੀਆਂ ਤੱਕ ਜਾਂਦੀ ਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਇੰਸਟੀਟਿਊਸ਼ਨਸ ਬਣਾਈਆਂ ਸੀਗੀਆਂ ਕਿ ਅਸੀਂ ਇਸ ਨਿਜ਼ਾਮ ਨੂੰ ਸੁਧਾਰਨਾ ਹੈ, ਲੋਕਾਂ ਦੀ ਪੋਲੀਟੀਕਲ ਟ੍ਰੇਨਿੰਗ ਕਰਨੀ ਆ, ਇੱਥੋਂ ਲੀਡਰ ਪੈਦਾ ਕਰਨੇ ਆ, ਉਹਦੇ ਵਿੱਚ ਇਹਨਾਂ ਦੀ ਪੈਟਰੋਨੇਜ ਜਿਹੜੀ ਹੈਗੀ ਆ, MLA ਹੋਏ, ਦੂਸਰੇ ਤੀਸਰੇ ਹੋਏ, ਇਹਨਾਂ ਨੇ ਉੱਥੇ ਉਹਨਾਂ ਨੂੰ ਕਬਜ਼ਾ ਕਰਕੇ, ਉੱਥੇ ਕਾਬੂ ਕਰਕੇ, ਤੇ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਜੜੀ ਤੇਲ ਦੇਣ ਵਾਲੀ ਗੱਲ ਹੁੰਦੀ ਨਾ, ਜਿੱਥੇ ਆਪਾਂ ਨਿਜ਼ਾਮ ਸਾਰੇ ਕਹਿੰਦੇ ਵੀ ਨਿਜ਼ਾਮ ਬਹੁਤ ਵਧੀਆ ਹੋਵੇ, ਪਾਰਟੀ ਸਿਸਟਮ ਠੀਕ ਹੋਣਾ ਚਾਹੀਦਾ ਵਾ, ਡੈਮੋਕ੍ਰੇਸੀ ਹੋਣੀ ਚਾਹੀਦੀ ਆ, ਤਾਂ ਉਹਦੇ ਲਈ ਇਹ ਜ਼ਿੰਮੇਵਾਰ ਹੈਗੇ ਆ ਬਿਊਰੋਕ੍ਰੇਸੀ ਨੂੰ ਨਾਲ ਲੈ ਕੇ। ਸਭ ਤੋਂ ਪਹਿਲਾਂ ਨਾ ਸਾਡੀਆਂ ਉਹਨਾਂ ਜਿਹੜੀਆਂ, ਕਿਉਂਕਿ ਜਿਹਦੀ ਸਰਕਾਰ ਆਉਂਦੀ ਆ ਉਹਦੀਆਂ ਪੰਚਾਇਤਾਂ ਬਣ ਜਾਂਦੀਆਂ, ਉਹਦੀ ਮਿਊਨਿਸਪਲ ਕਮੇਟੀ ਬਣ ਜਾਂਦੀਆਂ, ਉਹਦੀਆਂ ਕਾਰਪੋਰੇਸ਼ਨ ਬਣ ਜਾਂਦੀਆਂ, ਉਹਦਾ ਇੰਸਟੀਟਿਊਸ਼ਨ ਤੇ ਕਬਜ਼ਾ ਹੋ ਜਾਂਦਾ, ਉਹਦੇ ਥਾਣੇਦਾਰ ਲੱਗ ਜਾਂਦੇ ਆ, ਉਹਦੇ ਤਹਿਸੀਲਦਾਰ ਲੱਗ ਜਾਂਦੇ ਆ। ਜਿੰਨਾ ਚਿਰ ਇਹ ਵਿਵਸਥਾ ਜਿਹੜੀ ਹੈਗੀ ਇਹਦਾ ਕੋਈ ਬੇਆਊਟ ਨਹੀਂ ਲੱਭਦਾ। ਉਹਦਾ ਰੀਜ਼ਨ ਇੱਕ ਇਹ ਹੈਗਾ, ਸਾਨੂੰ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੋਏ ਕਾਨੂੰਨ ਬਦਲਨੇ ਪੈਣਗੇ, ਚਾਹੇ ਉਹ ਪੁਲਿਸ ਐਕਟ ਹੈਗਾ ਵਾ, ਚਾਹੇ ਹੋਰ ਦੂਸਰੇ ਐਕਟ ਹੈਗੇ ਆ। ਕਿਉਂਕਿ ਅੰਗਰੇਜ਼ਾਂ ਦਾ ਜਿਹੜਾ ਰਜੀਮ ਸੀਗਾ ਉਹ ਇਦਾਂ ਦਾ ਮਾਈ ਬਾਪ ਵਾਲਾ ਕਨਸੈਪਟ ਸੀਗਾ, ਹੱਥ ਜੋੜਨ ਵਾਲਾ ਕੰਮ ਸੀਗਾ, ਅਸੀਂ ਉਹ ਇਨਹੈਰਿਟ ਕੀਤਾ। ਇਹ ਤਾਂ ਹੀ ਬਦਲਿਆ ਜਾ ਸਕਦਾ ਵਾ ਜੇ ਥੱਲੇ ਲੋਕਾਂ ਦਾ ਪ੍ਰੈਸ਼ਰ ਹੋਵੇ, ਲੋਕਾਂ ਨੂੰ ਇਸ ਕਿਸਮ ਦੀ ਜਿਹੜੀ ਹੈਗੀ ਉਹ ਇਕੱਠੇ ਹੋਣ ਔਰ ਡਿਮਾਂਡ ਕਰਨ ਔਰ ਇਹਨਾਂ ਤੋਂ ਮੰਗਣ ਔਰ ਇਹਨਾਂ ਨਾਲ ਗੱਲਬਾਤ ਕਰਨ ਤੇ ਫਿਰ ਇਹਨਾਂ ਦੇ ਭਾਰ ਪਾਉਣ। ਜੇ ਇਹ ਪ੍ਰੋਸੈਸ ਸ਼ੁਰੂ ਹੋ ਜਾਂਦਾ ਤੇ ਮੈਨੂੰ ਲੱਗਦਾ ਵੀ ਜਿਹੜੇ ਮਸਲੇ ਆ, ਪਿਤਾ ਪੁਰਖੀ ਸਿਆਸਤ ਵਾਲੀ ਗੱਲ ਕਰਦੇ ਆ, ਜਾਂ ਆ ਜਿਹੜਾ ਹੋਰ ਜਿਹੜੀ ਕਰਪਸ਼ਨ ਵਾਲੀ ਗੱਲ ਹੈਗੀ ਆ, ਜਾਂ ਹੋਰ ਜਿਹੜੀ ਲੁੱਟਮਾਰ ਵਾਲੀ ਗੱਲ ਆ, ਉਹਨੂੰ ਕਾਫੀ ਹੱਦ ਤੱਕ ਆਪਾਂ ਉਹਦੇ ਉੱਤੇ ਜਿਹੜਾ ਹੈਗਾ ਉਹ ਕਾਬੂ ਪਾ ਸਕਦੇ ਆ। ਪ੍ਰੋਫੈਸਰ ਸਾਹਿਬ, ਜਦੋਂ ਸੋਨੀਆ ਗਾਂਧੀ ਇਹ ਗੱਲ ਆਖਦੇ ਆ ਕਿ ਮੈਂ ਹੀ ਸਥਾਈ ਪ੍ਰਧਾਨ ਆ, ਔਰ ਨਾਲ ਦੀ ਨਾਲ ਜਦੋਂ ਰਾਹੁਲ ਗਾਂਧੀ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪ੍ਰਧਾਨਗੀ ਲਈ ਜ਼ਿੰਮੇਵਾਰੀ ਸੰਭੋ, ਤੇ ਉਹ ਕਹਿੰਦੇ ਜੀ ਮੈਂ ਇਹਦੇ ਤੇ ਵਿਚਾਰ ਕਰਾਂਗਾ। ਪਾਰਟੀਆਂ ਕੀ ਹੁਣ ਪਿਤਾ ਪੁਰਖੀ ਹੋ ਗਈਆਂ? ਇਹ ਹੁਣ ਗੱਲ ਕੋਈ ਕਰਨ ਵਾਲੀ ਹੈ ਨਹੀਂ। ਲੋਕ ਕਹਿਣਗੇ ਕਿਹੜੀ ਕੋਈ ਨਵੀਂ ਗੱਲ ਦੱਸਣ ਲੱਗੇ ਹੋ। ਲੇਕਿਨ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ, ਪੰਜਾਬੀਆਂ ਦੀ ਤਰਜਮਾਨ, ਸਿੱਖਾਂ ਦੀ ਤਰਜਮਾਨ, ਜਦੋਂ ਉਹ ਵੀ ਪਰਿਵਾਰ 'ਚ ਫਸ ਜਾਂਦੀ, ਚਲੋ ਇਹ ਵੀ ਮੰਨ ਲਿਆ, ਕਹਿੰਦੇ ਆ ਕਿ ਪਿਓ ਨੇ ਆਪਣੇ ਪੁੱਤ ਨੂੰ ਵਿਰਾਸਤ ਸੌਂਪਣੀ ਹੁੰਦੀ, ਸਿਆਸੀ ਬੰਦੇ ਤੋਂ ਵੱਖਰੇ ਨਹੀਂ। ਲੇਕਿਨ ਜ਼ਰੂਰੀ ਥੋੜੀ ਹੈ ਵੀ ਪਰਿਵਾਰ ਦੇ ਸਾਰੇ ਹੀ ਜੀ ਸਿਆਸਤ ਵਿੱਚ ਪਾਉਣੇ ਆ। ਇਸੇ ਤਰੀਕੇ ਨਾਲ ਅਸੀਂ ਲਾਲੂ ਪ੍ਰਸਾਦ ਯਾਦਵ ਨੂੰ ਦੇਖਦੇ ਹਾਂ, ਮੁਲਾਇਮ ਸਿੰਘ ਯਾਦਵ ਨੂੰ ਦੇਖਦੇ ਹਾਂ, ਕਿੱਥੇ ਕਿੱਥੇ ਤੁਸੀਂ ਝਾਤੀ ਮਾਰੋਗੇ। ਈਵਨ ਸਭ ਤੋਂ ਬਿਹਤਰੀਨ ਲੋਕਾਂ ਚਾਹੁੰਦੇ ਮਮਤਾ ਬੈਨਰਜੀ ਵਰਗੇ, ਉਹ ਵੀ ਪਰਿਵਾਰ ਮੋਹ ਤੋਂ ਪਾਸੇ ਨਹੀਂ, ਭਤੀਜੇ ਤੇ ਬੜੇ ਦੋਸ਼ ਲੱਗਦੇ ਆ। ਕਿੱਥੇ ਕਿੱਥੇ ਲਿਆਓਗੇ। ਜੈਲਲਤਾ ਦੀ ਗੱਲ ਕਰੀਏ, ਬੇਸ਼ੱਕ ਉਹ ਮਰਹੂਮ ਨੇ, ਲੇਕਿਨ ਹਰ ਪਾਸੇ ਕਰੁਣਾਨਿਧੀ, ਤਾਮਿਲਨਾਡੂ ਦੀ ਸਿਆਸਤ। ਮੈਨੂੰ ਸਮਝਾਇਓ ਜ਼ਰਾ, ਇਸ ਪਰਿਵਾਰਵਾਦ ਦੀ ਸਿਆਸਤ ਦਾ ਫਾਇਦਾ ਵੀ ਕੋਈ ਹੁੰਦਾ? ਪੰਜਾਬ ਦੇ ਵਿੱਚ ਵੀ ਝੇਲਦੇ ਪਏ ਆ, ਹਰ ਕੋਈ ਆਪਣੇ ਪੁੱਤ ਨਾਲ ਬਿਠਾ ਕੇ ਬਹਿ ਜਾਂਦਾ, ਕੀ ਕਹਿੰਦੇ? ਮੇਰੀ ਗੱਲ ਤਾਂ ਤੁਸੀਂ ਕੀਤੀ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਹੀ ਜਿਹੜੀ ਆ ਫੁੱਲ ਟਾਈਮ ਪ੍ਰੈਜ਼ੀਡੈਂਟ ਆ। ਉਹਦੀ ਸਾਨੂੰ ਬੈਕਗਰਾਊਂਡ 'ਤੇ ਜਾਣਾ ਪਊਗਾ ਕਿ ਖਾਸ ਕਰਕੇ 2019 ਦੀ ਇਲੈਕਸ਼ਨ ਤੋਂ ਬਾਅਦ, ਜਦੋਂ ਇਹਨਾਂ ਦਾ ਬਹੁਤ ਬੁਰੀ ਤਰ੍ਹਾਂ ਹਾਰ ਗਏ ਆ, ਈਵਨ ਜਿਹੜਾ ਸੀਗਾ ਆਪੋਜੀਸ਼ਨ ਪਾਰਟੀ ਦੇ ਲੀਡਰ ਦਾ ਸਟੇਟਸ ਲੈਣ ਤੋਂ ਵੀ ਖੁੰਝ ਗਈ ਪਾਰਟੀ,
ਤੇ ਰਾਹੁਲ ਗਾਂਧੀ ਨੇ ਉਸ ਸਮੇਂ ਦੇ ਉੱਤੋਂ ਰਿਜ਼ਾਈਨ ਕਰਕੇ ਘਰ ਬੈਠ ਗਿਆ ਸੀਗਾ। ਤੇ ਫਿਰ ਉਹ ਜਿਹੜਾ ਸੀਗਾ ਘਰ ਬੈਠ ਗਿਆ। ਉਹ ਤੋਂ ਪਹਿਲਾਂ ਸੋਨੀਆ ਗਾਂਧੀ ਜਿਹੜੀ ਸੀਗੀ ਪ੍ਰੈਜ਼ੀਡੈਂਟ ਆਫ ਕਾਂਗਰਸ ਪਾਰਟੀ ਸੀਗੀ, ਤੇ ਉਹ ਉਸ ਪਾਸੇ ਸੋਨੀਆ ਗਾਂਧੀ ਨੇ ਉਹਨੂੰ ਦੇਖਣਾ ਸ਼ੁਰੂ ਕਰ ਦਿੱਤਾ। ਪਰ ਇਹ ਸਵਾਲ ਉਦੋਂ ਉੱਠਿਆ ਜਦੋਂ G23 ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਸੀਗੇ, ਉਹਨਾਂ ਨੇ ਸਵਾਲ ਉਠਾਇਆ ਸੀਗਾ ਵੀ ਸਾਨੂੰ ਇਹ ਨਹੀਂ ਪਤਾ ਚੱਲਦਾ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਫੈਸਲੇ ਕੌਣ ਲੈ ਰਿਹਾ। ਖਾਸ ਕਰਕੇ ਜਦੋਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਹੋਈ ਸੀਗੀ, ਜਦੋਂ ਆਪਾਂ ਦੇਖਿਆ ਕਿ ਅਮਰਿੰਦਰ ਸਿੰਘ ਨੂੰ ਉਤਾਰ ਕੇ ਤੇ ਆ ਨਵੀਂ ਜਿਹੜੀ ਇੱਥੇ ਚੇਂਜ ਆਈ ਆ। ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਖਾਸ ਕਰਕੇ ਕਾਂਗਰਸ ਦੇ ਬਹੁਤ ਜਿਹੜੇ ਪੁਰਾਣੇ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਸੀ, ਜਿਹਦੇ ਵਿੱਚੋਂ ਜਤਨ ਪ੍ਰਸਾਦ ਸੀਗਾ ਯੂਪੀ ਦੇ ਵਿੱਚ, ਉਹਦਾ ਫਾਦਰ ਜਿਹੜਾ ਸੀਗਾ ਜਿਹੜਾ ਪ੍ਰਸਾਦ ਸੀ, ਬਹੁਤ ਉਹ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਗ੍ਰੈਂਡਫਾਦਰ ਵੀ ਸੀ, ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸੀਗੇ। ਰੀਸੈਂਟਲੀ ਜਿਹੜੀ ਇਹਨਾਂ ਦੀ ਆਲ ਇੰਡੀਆ ਜਿਹੜੀ ਕਾਂਗਰਸ ਦੀ ਪ੍ਰੈਜ਼ੀਡੈਂਟ ਸੀ ਵਿਮਨ ਦੀ, ਉਹ ਵੈਸਟ ਬੰਗਾਲ ਦੇ ਉੱਤੋਂ ਉਹਨਾਂ ਨੇ ਜੁਆਇਨ ਕਰ ਲਿਆ, ਆਪਣਾ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਉੱਥੇ ਜਾ ਕੇ। ਜਾਂ ਇਹ ਫਿਰ ਕਿਉਂਕਿ ਤੁਸੀਂ ਦੇਖਦੇ ਆ ਕਿ ਕਾਂਗਰਸ ਬਹੁਤ ਵੀਕ ਹੋ ਗਈ, ਔਰ ਇਹ ਜਿਹੜੇ ਕਾਂਗਰਸ ਦੇ ਬਹੁਤ ਜਿਹੜੇ ਕਿਸੇ ਸਮੇਂ ਦੇ ਵਿੱਚ ਬਹੁਤ ਧੜੱਲੇਦਾਰ ਲੀਡਰ ਹੁੰਦੇ ਸੀ, ਉਹ ਤਕਰੀਬਨ ਸਾਰੇ ਵਿਹਲੇ ਹੋ ਗਏ, ਕਿਉਂਕਿ ਉਹਨਾਂ 'ਚ ਬਹੁਤ ਸਾਰੇ ਜਿਹੜੇ ਸੀ ਉਹਨਾਂ ਦੀ ਬੈਕਡੋਰ ਐਂਟਰੀ ਹੁੰਦੀ ਸੀਗੀ। ਉਹ ਰਾਜ ਸਭਾ ਥਰੂ ਜਿਹੜਾ ਸੀਗਾ ਉਹ ਪਾਰਲੀਮੈਂਟ 'ਚ ਆਉਂਦੇ ਸੀਗੇ। ਤੇ ਕਿਉਂਕਿ ਕਾਂਗਰਸ ਸਟੇਟਾਂ ਦੇ ਵਿੱਚ ਬਹੁਤ ਵੀਕ ਹੋ ਗਈ, 3 ਸਟੇਟਾਂ ਦੇ ਵਿੱਚ ਜਿਹੜੀ ਇਹਦੀ ਸਰਕਾਰ ਹੈਗੀ ਆ, ਤੇ ਉਹਨਾਂ ਦੇ ਸਟੇਟਾਂ ਦੇ ਵਿੱਚ ਜਿਹੜੀ ਰਾਜ ਸਭਾ ਦੇ ਜਿਹੜੇ ਮੈਂਬਰ ਹੈਗੇ ਉਹਨਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ। ਤੋ ਇਸ ਕਰਕੇ ਇੱਕ ਤਾਂ ਉਹਨਾਂ ਨੇ ਉਹ ਸਵਾਲ ਉਠਾਇਆ ਇਹਦੇ ਵਿੱਚੋਂ ਆਣ ਕੇ ਕਿ ਹੋ ਕੀ ਰਿਹਾ ਵਾ। ਸ਼ਾਇਦ ਇਸ ਕਰਕੇ ਵੀ ਕਿ ਉਹ ਚਿੰਤਤ ਸੀਗੇ ਕਿ ਏਡੀ ਵੱਡੀ ਓਲਡ ਗ੍ਰੈਂਡ ਪਾਰਟੀ ਦਾ ਇਹ ਹਾਲ ਹੋ ਰਿਹਾ, ਸ਼ਾਇਦ ਕੋਈ ਡਿਸੀਜਨ ਲੈਣ ਵਾਲਾ ਨਹੀਂ ਹੈ। ਜਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਡਿਸੀਜਨ ਹੋ ਰਹੇ ਆ ਉਹ ਕੋਈ ਹੋਰ ਹੀ ਤਾਕਤ ਆ ਜਿਹੜੀ ਲੈ ਰਹੀ ਹੈ, ਜਿੱਥੇ ਉਹਨਾਂ ਨੇ ਸਵਾਲ ਉਠਾਇਆ ਸੀਗਾ। ਔਰ ਸਵਾਲ ਜਿਹੜਾ ਸੀ ਸਿੱਧੇ ਜਿਹੜੀ ਗਾਂਧੀ ਫੈਮਿਲੀ ਹੈਗੀ ਆ ਉਹਦੇ ਉੱਤੇ ਉਹਨੂੰ ਅਟੈਕ ਸਮਝ ਲਓ ਤੁਸੀਂ, ਜਾਂ ਉਹਦੇ ਉੱਤੇ ਕਿੰਤੂ ਪਰੰਤੂ ਸੀ ਵੀ ਜੇ ਕਾਂਗਰਸ ਦਾ ਇਹ ਹਾਲ ਹੋਇਆ ਤਾਂ ਉਹਦੇ ਵਿੱਚ ਜਿਹੜਾ ਗਾਂਧੀ ਪਰਿਵਾਰ ਹੈਗਾ, ਸੋਨੀਆ ਗਾਂਧੀ ਹੈ, ਰਾਹੁਲ ਗਾਂਧੀ ਹੈ, ਇਹਨਾਂ ਨੂੰ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ। ਕਿਉਂਕਿ ਲੰਮੇ ਸਮੇਂ ਤੋਂ ਨਾ ਤਾਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀਗੀ, ਨਾ ਹੀ ਕੋਈ ਹੋਰ ਇਸ ਕਿਸਮ ਦਾ ਵਿਚਾਰ ਵਟਾਂਦਰਾ ਹੁੰਦਾ ਹੈ। ਉਹ ਸਿਰਫ ਹਾਈ ਕਮਾਂਡ ਦਾ ਕਲਚਰ ਹੈ, ਜਿੱਥੇ ਜਿੱਥੇ ਸਰਕਾਰਾਂ ਬਣੀਆਂ ਇਹਨਾਂ ਦੀਆਂ ਸਿੱਧੇ ਉੱਥੇ ਜਾਂਦੇ ਆ, ਰਾਹੁਲ ਗਾਂਧੀ ਕੋਲ ਜਾਂਦੇ ਆ, ਪ੍ਰਿਯੰਕਾ ਗਾਂਧੀ ਕੋਲ ਜਾਂਦੇ ਆ, ਸੋਨੀਆ ਗਾਂਧੀ ਕੋਲ ਜਾਂਦੇ ਆ, ਤੇ ਉੱਥੋਂ ਆਣ ਕੇ ਜੋ ਫੈਸਲਾ ਕਰਦੇ ਉਹ ਉਹਦੇ ਵਿੱਚ ਆ ਜਾਂਦੇ ਆ। ਤੇ ਇਹ ਉਹਨਾਂ ਨੂੰ ਤਾਂ ਕਹਿਣਾ ਕਿਹਾ ਕਿ ਇਹ ਜਿਹੜਾ ਖਾਸ ਕਰਕੇ ਉਸ ਜਿਹੜਾ ਉਹਨਾਂ ਨੇ ਸਵਾਲ ਰੇਜ਼ ਕੀਤਾ ਸੀ, ਜਿਹੜੇ G23 ਸੀਗੇ, ਜਿਹੜੇ ਉਹ ਗਰੁੱਪ ਸੀਗਾ, ਤਈਆਂ ਦਾ ਗਰੁੱਪ ਕਪਲ ਸਿੰਬਲ ਨੇ, ਖਾਸ ਤੌਰ ਤੇ ਕਪਲ ਸਿੰਬਲ ਨੇ ਉਠਾਇਆ। ਕਪਲ ਸਿੰਬਲ ਸੀਗਾ ਕਿ ਨਹੀਂ ਭਾਈ ਮੈਂ ਇਹਦੀ ਜਿਹੜੀ ਹੈਗੀ ਆ ਪੂਰੇ ਤੌਰ ਤੇ ਪ੍ਰਧਾਨ ਹੈਗੀ ਆ, ਕਾਂਗਰਸ ਦੀ ਪੂਰੀ ਕਮਾਂਡ ਜਿਹੜੀ ਆ ਉਹ ਮੇਰੇ ਹੱਥ ਦੇ ਵਿੱਚ ਹੈਗੀ ਆ। ਚਲੋ ਇਹ ਗੱਲ ਉਹਨਾਂ ਨੇ ਸ਼ਾਇਦ ਇਸ ਚੀਜ਼ ਨੂੰ ਸੱਟ ਕਰਨ ਵਾਸਤੇ, ਉਹਦਾ ਰੀਜ਼ਨ ਇਹ ਹੈਗਾ ਕਿ ਇਸ ਵੇਲੇ ਦੇਸ਼ ਨੂੰ ਜਿਹੜੇ ਇਹਨਾਂ ਚੁਣੌਤੀਆਂ ਬਹੁਤ ਵੱਡੀਆਂ, ਖਾਸ ਕਰਕੇ ਜਿਹੜਾ ਮੋਦੀ ਰਜੀਮ ਹੈਗਾ ਵਾ, ਉਹਦੇ ਵਿੱਚ ਜਿਸ ਕਿਸਮ ਦੇ ਫੈਸਲੇ ਲਏ ਜਾ ਰਹੇ ਆ, ਜਿਸ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਪਬਲਿਕ ਸੈਕਟਰ ਨੂੰ ਜਿਸ ਤਰ੍ਹਾਂ ਡਿਸਮੈਂਟਲ ਕੀਤਾ ਜਾ ਰਿਹਾ ਹੈ, ਜਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਹ ਫੈਸਲੇ ਲਏ ਜਾਂਦੇ ਆ ਲੋਕਾਂ ਨੂੰ ਜਿਹੜੇ ਗਵਾਰ ਨਹੀਂ ਹੈਗੇ। ਜਾਂ ਤੁਸੀਂ ਰੋਜ਼ ਦੇਖੋ ਕਿ ਮਹਿੰਗਾਈ ਕਿੱਥੇ ਪਹੁੰਚ ਗਈ ਆ, ਤੇਲ ਦੀਆਂ ਕੀਮਤਾਂ ਕਿੱਥੇ ਪਹੁੰਚ ਗਈਆਂ, ਇੰਪਲਾਇਮੈਂਟ ਹੈ ਨਹੀਂ ਹੈ। ਉਹ ਤੋਂ ਪਹਿਲੇ ਸਮੇਂ ਜਿਸ ਤਰੀਕੇ ਨਾਲ ਨੋਟਬੰਦੀ ਸੀਗਾ, GST ਸੀਗਾ, ਜਾਂ ਹੋਰ ਵੀ ਜਿਹੜੇ ਉਹਨਾਂ ਨੇ ਫੈਸਲੇ ਲਏ ਆ, ਉਹਦੇ ਨਾਲ ਲੱਗਦਾ ਵੀ ਆਪੋਜੀਸ਼ਨ ਇੱਥੇ ਹੈ ਹੀ ਨਹੀਂ, ਮਤਲਬ ਆਪੋਜੀਸ਼ਨ ਦੀ ਕੋਈ ਐਗਜ਼ਿਸਟੈਂਸ ਹੀ ਹੈ ਨਹੀਂ ਗੀ, ਜਦੋਂ ਕਿ ਪਾਰਲੀਮੈਂਟ ਸਿਸਟਮ ਜਿਹੜਾ ਵਾ ਉਹ ਆਪੋਜੀਸ਼ਨ ਤੋਂ ਬਿਨਾਂ ਨਹੀਂ ਚੱਲਦਾ। ਸਾਨੂੰ ਤਾਂ ਇਹ ਲੱਗਦਾ ਵੀ ਇਹ ਦੇਸ਼ ਦੇ ਵਿੱਚ ਸ਼ਾਇਦ ਕੋਈ ਜੀਂਦੇ ਜਾਗਦੇ ਇਸ ਵੇਲੇ ਨਾ ਪਾਰਟੀ ਕੋਈ ਹੈਗੀ ਆ ਜੀਂਦੀ ਜਾਗਦੀ, ਨਾ ਜੀਂਦੇ ਜਾਗਦੇ ਲੋਕ ਹੀ ਹੈਗੇ ਆ। ਵੀ ਜਿਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ, ਸਿਵਾਏ ਕਿਸਾਨਾਂ ਤੋਂ, ਜਿਹੜੇ ਸਾਰੇ ਦੇਸ਼ ਦੀ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਲੜ ਰਹੇ, ਤਿੰਨਾਂ ਕਾਨੂੰਨਾਂ ਦੇ ਅਗੇਂਸਟ ਲੜਾਈ ਨਹੀਂ ਲੜ ਰਹੇ, MSP ਦੀ ਲੜਾਈ ਲੜ ਰਹੇ, ਉਹ ਤਾਂ ਇਸ ਵੇਲੇ ਜਮਹੂਰੀਅਤ ਦੀ ਲੜਾਈ ਲੜ ਰਹੇ ਆ। ਤੇ ਮੈਨੂੰ ਲੱਗਦਾ ਵੀ ਉਸ ਸੰਦਰਭ ਦੇ ਵਿੱਚ ਜਿਹੜਾ ਸੀਗਾ ਕਿ ਇਹ ਕਾਂਗਰਸ ਕਿਤੇ ਕਿਉਂਕਿ ਵਿਜ਼ੀਬਲ ਨਹੀਂ ਹੈਗੀ, ਕਾਂਗਰਸ ਉਹਨਾਂ ਲੱਗਦਾ ਹੈ ਕਿ ਆਲਮੋਸਟ ਇਹਦਾ ਪਤਾ ਸਾਫ਼ ਹੋਇਆ। ਤੇ ਜੇ ਇੱਦਾਂ ਹੀ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਵੱਡੀਆਂ ਸਟੇਟਾਂ ਹੈਗੀਆਂ ਯੂਪੀ ਦੇ ਵਿੱਚ, ਕਾਂਗਰਸ ਪਿਛਲੇ 31-32 ਸਾਲਾਂ ਤੋਂ ਤਾਕਤ ਤੋਂ ਬਾਹਰ ਹੈ, ਵੈਸਟ ਬੰਗਾਲ ਦੇ ਵਿੱਚ 77 ਤੋਂ ਬਾਹਰ ਹੈ, ਬਿਹਾਰ ਦੇ ਵਿੱਚ 89 ਤੋਂ ਬਾਹਰ ਹੈ, ਗੁਜਰਾਤ ਦੇ ਵਿੱਚ ਕਿੰਨੇ ਲੰਮੇ ਸਮੇਂ ਤੋਂ ਬਾਹਰ ਹੈ, ਮਹਾਰਾਸ਼ਟਰ ਦੇ ਵਿੱਚ ਕੋਲੀਸ਼ਨ ਗਵਰਨਮੈਂਟ ਹੈ, ਕੇਰਲਾ ਜਿਨ੍ਹਾਂ ਨੇ ਜਿੱਤਣਾ ਸੀਗਾ ਉੱਥੇ ਜਿੱਦੇ ਪਿਛਾਂ ਆ ਗਏ। ਮਤਲਬ ਕਹਿਣ ਤੋਂ ਭਾਵ ਹੈ ਕਿ ਜੇ ਤੁਸੀਂ ਆਪਾਂ ਦੇਸ਼ ਦੇ ਰਾਜਾਂ ਦੀ ਰਾਜਨੀਤੀ ਦਾ ਨਕਸ਼ਾ ਵੇਖੀਏ ਤੇ ਕਾਂਗਰਸ ਕਿਤੇ ਦਿਖਾਈ ਨਹੀਂ ਦਿੰਦੀ। ਹਾਂ, ਉਹਦਾ ਇੱਕ ਕਾਰਨ ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਸੀਗਾ ਕਿ ਇਹ ਜਿਹੜਾ ਪਾਰਟੀ ਸਿਸਟਮ ਆ, ਮੈਂ ਅੱਗੇ ਵੀ ਪਹਿਲਾਂ ਕਈ ਵਾਰੀ ਕਹਿ ਚੁੱਕਾ ਕਿ ਪਾਰਲੀਮੈਂਟਰੀ ਜਿਹੜਾ ਨਿਜ਼ਾਮ ਹੈ ਉਹ ਜਿਹੜੀਆਂ ਸਾਡੀਆਂ ਜਿਹੜੀਆਂ ਹੈਗੀਆਂ ਪਾਰਟੀਆਂ ਦੇ ਸਿਰ ਤੇ ਉੱਤੇ ਹੁੰਦਾ। ਪਾਰਟੀਆਂ ਦਾ ਬਹੁਤ ਵੱਡਾ ਰੋਲ ਆ ਸੀ ਉਸ ਸਮੇਂ ਦੇ ਵਿੱਚ। ਮੈਂ ਇਹਦੇ ਚ ਆਉਣਾ, ਮੈਨੂੰ ਸਿਰਫ ਕਿਉਂਕਿ ਉਹ ਸਵਾਲ ਬੜਾ ਨਾਲ ਜੁੜਦਾ ਹੈ। ਮੇਰੀ ਬੇਨਤੀ ਇਹ ਸੀਗੀ ਕਿ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਇਹ ਕਹਿੰਦੇ ਆ ਕਿ ਮੈਂ ਹੀ ਸਥਾਈ ਪ੍ਰਧਾਨ ਆ, ਤਾਂ ਸਥਾਈ ਪ੍ਰਧਾਨ ਕਿਸੇ ਵਿਧੀਵਤ ਤਰੀਕੇ ਨਾਲ ਤਾਂ ਚੁਣਿਆ ਹੀ ਨਹੀਂ ਸੀ ਗਿਆ ਉਹਨਾਂ ਨੂੰ।
ਜਦੋਂ ਰਾਹੁਲ ਗਾਂਧੀ ਛੱਡ ਕੇ ਚਲੇ ਜਾਂਦੇ ਆ ਕਿ ਮੈਂ ਜ਼ਿੰਮੇਵਾਰੀ ਲੈਣਾ ਹੈ ਇਸ 2019 ਦੀ ਅਸਫਲਤਾ ਦੀ, ਸਿਰਫ ਸਵਾਲ ਤਾਂ ਇਹ ਸੀਗਾ ਕਿ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਚੁਣੇ ਨਹੀਂ ਗਏ ਤੇ ਫਿਰ ਤੁਸੀਂ ਸਥਾਈ ਪ੍ਰਧਾਨ ਕਿਵੇਂ ਹੋਗੇ? ਤੁਸੀਂ ਤਾਂ ਕਾਰਜਕਾਰੀ ਪ੍ਰਧਾਨ। ਮੇਰਾ ਸਿਰਫ ਸਵਾਲ ਕੰਸਰਨ ਇੰਨਾ ਹੈ ਕਿ ਕੀ ਇਹ ਪਿਤਾ ਪੁਰਖੀ ਪਾਰਟੀਆਂ ਹੋ ਗਈਆਂ? ਕੀ ਇਹ ਸਿਰਫ ਪਰਿਵਾਰ ਦੀਆਂ ਨਿੱਜੀ ਜਿਹਨੂੰ ਸਰਮਾਇਆ ਕਹਿੰਦੇ ਆ ਜਾਇਦਾਦ ਹੋ ਗਈ ਕਿ ਉਹ ਜੋ ਚਾਹਣ ਉਹ ਮੰਨ ਲਿਆ ਜਾਊਗਾ ਜਾਂ ਮੰਨਣਾ ਹੀ ਪਊਗਾ ਕਿ ਮੈਂ ਪ੍ਰਧਾਨ ਆ? ਤੇ ਮਤਲਬ ਮੈਂ ਕਿਸੇ ਨੇ ਸਵਾਲ ਨਹੀਂ ਉਠਾਇਆ ਕਿ ਤੁਸੀਂ ਕਿਵੇਂ ਪ੍ਰਧਾਨ ਹੋ, ਕੋਈ ਵਿਧੀਵਤ ਚੋਣ ਤੋਂ ਬਿਨਾਂ ਤੁਸੀਂ ਪ੍ਰਧਾਨ ਕਿਵੇਂ ਬਣ ਗਏ? ਮਤਲਬ ਸਭ ਨੇ ਭਾਣਾ ਮੰਨ ਲਿਆ, ਨੰਬਰ 1। ਦੂਜੇ ਬੰਨੇ ਉਹੀ ਸਵਾਲ ਜਦੋਂ 2-3-4 ਲੋਕ ਪ੍ਰਸਤਾਵ ਪੇਸ਼ ਕਰਦੇ ਆ ਰਾਹੁਲ ਗਾਂਧੀ ਨੂੰ ਕਿ ਤੁਸੀਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭੋ, ਤੇ ਉਹ ਕਹਿੰਦੇ ਮੈਂ ਵਿਚਾਰ ਕਰਾਂਗਾ। ਮਤਲਬ ਬੜਾ ਸਾਫ਼ ਜਿਹਾ ਕਿ ਜਮਹੂਰੀ ਤਰੀਕੇ ਹੈ ਨਹੀਂ, ਅੰਦਰੂਨੀ ਡੈਮੋਕ੍ਰੇਸੀ ਮਰ ਗਈ ਹੈ। ਇਸੇ ਤਰੀਕੇ ਦੀ ਅੱਜ ਅਕਾਲੀ ਦਲ ਦੇ ਵਿੱਚ ਵੀ ਰਿਫਟ ਆ। ਅਕਾਲੀ, ਕਿਉਂਕਿ ਅਸੀਂ ਦੋਵਾਂ ਸਭ ਤੋਂ ਪੁਰਾਣੀਆਂ ਪਾਰਟੀਆਂ, ਸ਼ਾਇਦ ਉਹ 136 ਸਾਲ ਪੁਰਾਣੀਆਂ, ਇਹ 100 ਸਾਲ ਕ੍ਰਾਸ ਕਰ ਗਈ ਹੈ। ਸੋ ਮੈਂ ਇਹ ਜਾਣਨਾ ਚਾਹੁੰਦਾ ਸੀਗਾ ਕਿ ਇੱਥੇ ਕੋਈ ਆਵਾਜ਼ ਕਿਉਂ ਨਹੀਂ ਉਠਾ ਰਿਹਾ? ਜਿਹੜੀ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਉਹਦੇ ਤੇ ਕੋਈ ਬੋਲਿਆ ਹੀ ਨਹੀਂ ਜੀ। ਮੈਨੂੰ ਲੱਗਦਾ ਅਸੀਂ ਐਜ਼ ਅ ਨੇਸ਼ਨ ਜਿਹੜੇ ਲੋਕ ਅਸੀਂ ਹੈਗੇ ਆ, ਮਤਲਬ ਅਸੀਂ ਵੀ ਜਿਹੜੇ ਆ ਨਾ, ਮੈਨੂੰ ਲੱਗਦਾ ਵੀ ਉਹ ਜਿਉਂਦੀਆਂ ਲਾਸ਼ਾਂ ਵਾਲੇ ਕੰਮ ਹੈਗਾ। ਇਸ਼ੂ ਦੇ ਉੱਤੇ ਕਦੇ ਵੀ ਆਵਾਜ਼ ਨਹੀਂ ਉੱਠ ਰਹੀ। ਜੋ ਸੋਨੀਆ ਗਾਂਧੀ ਨੇ ਗੱਲ ਕਹੀ ਸੀ, ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ ਕਿ ਕਿਹੜੀ ਉਹਨਾਂ ਨੇ ਟਰਮ ਯੂਜ਼ ਕੀਤੀ ਸੀ, ਉਹਦਾ ਮਤਲਬ ਸਥਾਈ ਹੁੰਦਾ ਜਾਂ ਉਹਨਾਂ ਨੇ ਕਿਹਾ ਕਿ ਮੈਂ ਫੁੱਲ ਟਾਈਮ ਆ। ਮੇਰੇ ਖਿਆਲ ਇਹ ਆਪਾਂ ਨੂੰ ਥੋੜਾ ਕੁਆਲੀਫਾਈ ਕਰਨਾ ਪਊਗਾ। ਇੱਕ ਉਹਨਾਂ ਨੇ ਟਰਮ ਯੂਜ਼ ਕੀਤੀ ਸੀ, ਹਿੰਦੀ ਦੇ ਵਿੱਚ ਸ਼ਾਇਦ ਯੂਜ਼ ਕੀਤੀ ਸੀਗੀ। ਤੁਹਾਡੀ ਗੱਲ ਠੀਕ ਆ ਵੀ ਸਥਾਈ ਪ੍ਰਧਾਨ ਜਿਹੜਾ ਹੁੰਦਾ ਵਾ, ਇਹ ਕੋਈ ਰਾਜਤੰਤਰ ਤਾਂ ਹੈ ਨਹੀਂਗਾ ਕਿ ਤੁਸੀਂ ਸਾਰੀ ਉਮਰ ਜਿਹੜਾ ਇੱਥੇ ਜਿਹੜਾ ਸਥਾਈ ਪ੍ਰਧਾਨ ਜਿਹੜਾ ਬਣ ਕੇ ਰਹਿਣਾ ਵਾ। ਇਹਦੇ ਵਿੱਚ ਤੇ ਇਹਦਾ ਇੱਕ ਵਿਵਸਥਾ ਹੈਗੀ ਜਿਹੜੀ ਉਹਨਾਂ ਨੇ ਸ਼ਾਇਦ ਸ਼ੁਰੂ ਕਰ ਰਹੀ ਹੈ, ਕਿਉਂਕਿ ਕਾਂਗਰਸ ਦੇ ਜਿਹੜਾ ਕੈਲੰਡਰ ਉਹ ਕਹਿੰਦੇ ਆ ਕਿ ਇਹਦੇ ਵਿੱਚ ਪ੍ਰਧਾਨ ਚੁਣਨ ਲਈ ਜਦੋਂ ਗਰਾਊਂਡ ਲੈਵਲ ਤੋਂ ਲੈ ਕੇ ਉਤਲੇ ਲੈਵਲ ਤੱਕ ਸਾਨੂੰ 1 ਸਾਲ ਦਾ ਸਮਾਂ ਚਾਹੀਦਾ। ਸ਼ਾਇਦ ਕੋਵਿਡ ਦੀ ਵਜ੍ਹਾ ਕਰਕੇ ਉਹ ਪ੍ਰੋਸੈਸ ਜਿਹੜਾ ਪੂਰਾ ਨਹੀਂ ਕੀਤਾ, ਤੇ ਨਾਲ ਹੀ ਉਹਨਾਂ ਨੇ ਇਹ ਕਰਤਾ ਕਿ 1 ਨਵੰਬਰ ਤੋਂ ਅਸੀਂ ਜਿਹੜਾ ਵਾ ਉਹ ਸ਼ੁਰੂ ਕਰ ਰਹੇ ਹਾਂ, ਤੇ ਅਗਲੇ ਸਾਲ ਦੇ ਵਿੱਚ ਅਸੀਂ ਜਿਹੜਾ ਸਾਰਾ ਚੁਣਾਂਗੇ। ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਲਟੀਮੇਟਲੀ ਉਹਦਾ ਰਿਜ਼ਲਟ ਕੀ ਨਿਕਲੂਗਾ, ਵੀ ਕਿੰਨੇ ਪ੍ਰਧਾਨ ਬਣਨਾ ਹੈ ਜਾਂ ਕਿਹੜੇ ਪ੍ਰਧਾਨ ਦੇ ਉੱਤੇ ਕੰਸੈਂਸਸ ਬਣ ਸਕਦਾ ਹੈ। ਇਹ ਤਾਂ ਇੱਕ ਵਿਵਸਥਾ ਦੀ ਗੱਲ ਹੈ। ਰੰਧਾਵਾ ਸਾਹਿਬ, ਪਾਰਟੀਆਂ, ਨਿਜ਼ਾਮ, ਕਾਨੂੰਨ, ਵਿਵਸਥਾ ਇਹ ਵਿਅਕਤੀਆਂ ਕਰਕੇ ਹੁੰਦੀ ਆ। ਵਿਅਕਤੀ ਕਿੱਦਾਂ ਦੇ ਹੈਗੇ, ਦੇਸ਼ ਦੇ ਲੋਕ ਕਿੱਦਾਂ ਦੇ ਹੈਗੇ ਆ, ਇਹ ਸਾਰਾ ਕੁਝ ਉਹਨਾਂ ਤੇ ਮੁਨੱਸਰ ਕਰਦਾ ਹੈ। ਜਿਸ ਕਰਕੇ ਜਿਹੜੀਆਂ ਪਾਰਟੀਆਂ ਹੈਗੀਆਂ ਵਾ, ਇਹ ਹਵਾ ਚੋਂ ਨਹੀਂ ਆਉਂਦੀਆਂ, ਇਹ ਸਮਾਜ ਚੋਂ ਆਉਂਦੀਆਂ ਵਾ। ਜਿਹੜੇ ਲੋਕ ਹੈਗੇ ਆ ਉਹੀ ਇਹਦੇ ਵਿੱਚ ਐਕਟਰ ਹੁੰਦੇ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਸਾਡੀ ਜਿਹੜੀ ਸਮਾਜਿਕ ਵਿਵਸਥਾ ਹੈ, ਜਾਂ ਅਸੀਂ ਜਿਹੜੇ ਲੋਕ ਆ, ਭਾਰਤ ਦੇ ਲੋਕ ਅਵੇਸਲੇ ਨਹੀਂ ਹੋਏ। ਅਸੀਂ ਇੰਨੇ ਜ਼ਿਆਦਾ, ਮੈਨੂੰ ਤਾਂ ਲੱਗਦਾ, ਮੇਰਾ ਵਰਡ ਜਿਹੜਾ ਯੂਜ਼ ਕਰਨ ਵਾਲਾ ਗੱਲ ਆ ਵੀ ਅਸੀਂ ਤਾਂ ਵੱਡੀ ਗਿਣਤੀ ਦੇ ਵਿੱਚ ਤੁਰੀਆਂ ਫਿਰਦੀਆਂ ਜਿੰਦਾ ਜਿਹੜੀਆਂ ਲਾਸ਼ਾਂ ਹੀ ਆ, ਜਿਹੜੇ ਅਸੀਂ ਟਾਈਮ ਪਾਸ ਕਰਨ ਤੇ ਪੂਰਾ ਆਏ ਆ। ਅਸੀਂ ਆਪਣਾ ਜਨਮ ਪੂਰਾ ਕਰਨ ਰਹੇ ਆ। ਅਸੀਂ ਕਿਤੇ ਰਲ ਕੇ ਕੁਐਸਚਨ ਰੇਜ਼ ਨਹੀਂ ਕਰਦੇ, ਕਿਤੇ ਅਸੀਂ ਸੱਟ ਨਹੀਂ ਕਰਦੇ। ਮੋਟੇ ਤੌਰ ਤੇ ਤੁਸੀਂ ਦੇਖੋ ਨਾ, ਜੋ ਦੇਸ਼ ਵਰਤਾਰਾ ਹੋ ਰਿਹਾ, ਲਗਾਤਾਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਵਾ, ਲਗਾਤਾਰ ਮਹਿੰਗਾਈ ਵੱਧ ਰਹੀ ਆ। ਪਾਰਟੀਆਂ ਦਾ ਜਿਹੜੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਆ, ਉਹਦੇ ਉੱਤੇ ਕੋਈ ਇਸ਼ੂ ਰੇਜ਼ ਨਹੀਂ ਕਰਦਾ। ਜਿਹੜੀਆਂ ਪਾਰਟੀਆਂ ਦਾ ਸਵਾਲ, ਤੁਹਾਡੀ ਗੱਲ ਠੀਕ ਹੈਗਾ ਕਿ ਜੇ ਆਪਾਂ ਵਿਵਸਥਾ ਦੀ ਗੱਲ ਕਰਨੀ ਆ, ਤੇ ਪਾਰਟੀਆਂ ਦਾ ਤਾਂ ਸਾਰੇ ਪਾਸੇ ਇਹ ਹਾਲ ਹੋਇਆ, ਕਿਉਂਕਿ ਜਦੋਂ ਦੇਸ਼ ਦੀ ਜਿਹੜੀ ਸਮਾਜਿਕ ਵਿਵਸਥਾ ਦਾ, ਉਹਦੀ ਰਾਜਨੀਤੀ ਦਾ, ਉਹਦੀ ਆਰਥਿਕਤਾ ਦਾ, ਉਹਦੇ ਸੱਭਿਆਚਾਰ ਦਾ, ਹੁਣ ਇਹ ਸੱਭਿਆਚਾਰ ਬਣ ਗਿਆ ਕਿ ਜੇ ਪਿਓ, ਹਾਂ ਠੀਕ ਆ, ਮੈਂ ਤੁਹਾਡੇ ਉਹ ਗੱਲ ਤੇ ਆਉਣਾ ਵੀ ਐਡਵਾਂਟੇਜ ਹੁੰਦਾ ਵਾ। ਜਿਹੜੀ ਰਾਜਨੀਤਿਕ ਧਿਰਾਂ ਹੁੰਦੀਆਂ ਵਾ, ਰਾਜਨੀਤਿਕ ਪਰਿਵਾਰ ਹੁੰਦੇ ਆ, ਉਹਨਾਂ ਦੇ ਬੱਚਿਆਂ ਨੂੰ, ਕਿਉਂਕਿ ਉਹਨਾਂ ਦੀ ਸੋਸ਼ਲਾਈਜੇਸ਼ਨ ਇਸ ਤਰੀਕੇ ਨਾਲ ਹੋਈ ਹੁੰਦੀ ਹੈ, ਉਹਨਾਂ ਨੂੰ ਥੋੜਾ ਬਹੁਤਾ ਐਡਵਾਂਟੇਜ ਹੁੰਦਾ। ਪਰ ਸਾਡੇ ਤਾਂ ਐਡਵਾਂਟੇਜ ਤੋਂ ਵੀ ਅੱਗੇ ਚੱਲ ਕੇ, ਜਿੱਦਾਂ ਅਸੀਂ ਹੁੰਦੇ ਨਾ, ਥਾਪੜਾ ਦੇਣ ਵਾਲੀ ਗੱਲ ਹੁੰਦੀ ਆ, ਜਾਂ ਉਹਨੂੰ ਅਸੀਂ ਆਪਣਾ ਜਿਹੜਾ ਹੁੰਦਾ ਨਾ ਅਗਲੇ ਪਾਸੇ, ਜਿਹਨੂੰ ਕਿ ਜਾਨਸ਼ੀਨ ਜਿਹੜਾ ਬਣਾਉਣ ਵਾਲੀ ਗੱਲ ਜਿਹੜੀ ਉਹ ਸਾਡੀਆਂ ਪਾਰਟੀ ਸਿਸਟਮ ਦੇ ਵਿੱਚ ਉਹ ਆ ਗਈ ਹੈ। ਰੀਜਨਲ ਪਾਰਟੀਆਂ ਦੇ ਵਿੱਚ ਵੀ ਹੈਗੀ ਆ, ਨੈਸ਼ਨਲ ਪਾਰਟੀ 'ਚ ਵੀ ਹੈਗੀ ਆ, ਭਾਵੇਂ ਉੱਪਰਲੇ ਲੈਵਲ ਤੇ ਨਹੀਂ ਹੈਗੀ। ਤੁਸੀਂ ਬੀਜੇਪੀ ਨੂੰ ਦੇਖ ਲਓ, ਉਹਦੇ ਵਿੱਚੋਂ ਉਹਦੇ ਖਾਸ ਕਰਕੇ ਜਿਹੜੇ ਸਟੇਟ ਦੇ ਲੀਡਰ ਹੈਗੇ ਆ ਜਾਂ ਨੈਸ਼ਨਲ ਲੈਵਲ ਦੇ ਲੀਡਰ ਹੈਗੇ ਆ, ਉਹਨਾਂ ਦਾ ਵੀ ਉਸੇ ਤਰੀਕੇ ਦੇ ਨਾਲ ਹੈ। ਜਿਸ ਕਿਸਮ ਦੀ ਉਹਨਾਂ ਨੂੰ ਸਪੇਸ ਮਿਲਦੀ ਆ, ਉਹ ਸਪੇਸ ਉਹਦੇ ਵਿੱਚੋਂ ਲੈਂਦੀ ਆ। ਇਹੀ ਵੱਡੀ ਅਨਫੋਰਚੂਨੇਟ ਹੈਗੀ ਆ। ਚਾਹੇ ਉਹ ਰੀਜਨਲ ਪਾਰਟੀਆਂ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ, ਸ਼ਾਇਦ ਅਕਾਲੀ ਦਲ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ, ਮੈਂ ਸ਼ਾਇਦ ਅੱਗੇ ਵੀ ਇੱਕ ਦਾ ਜ਼ਿਕਰ ਕੀਤਾ ਸੀਗਾ ਕਿ ਜਿੱਥੇ ਜਿਹੜੀ ਹੈਗੀ ਪ੍ਰਧਾਨਗੀ ਬਾਪ ਤੋਂ ਜਿਹੜੀ ਹੈਗੀ ਆ, ਉਹ ਪੁੱਤਰ ਨੂੰ ਗਈ ਆ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਾਇਦ, ਜੇ ਮੈਨੂੰ ਪਤਾ ਨਹੀਂ, ਜੇ ਮੈਂ ਗਲਤ ਨਾ ਹੋਵਾਂ, ਤੇ ਮੈਨੂੰ ਕਿਤੇ ਇਹੋ ਜਿਹੀ ਐਗਜ਼ਾਮਪਲ ਨਹੀਂ ਮਿਲਦੀ ਕਿ ਜਿੱਥੇ ਇੰਨੇ ਲੰਮੇ ਸਮੇਂ ਵਾਸਤੇ ਜਿਹੜਾ ਬਾਪ ਸੀਗਾ, ਉਹਨੇ ਆਪਣੇ ਜਿਹੜਾ ਪੁੱਤਰ ਨੂੰ ਜਿਹੜਾ ਪ੍ਰਧਾਨ ਬਣਾਤਾ। ਔਰ ਸ਼ਾਇਦ ਇਹੀ ਵੱਡਾ ਕਾਰਨ ਹੈਗਾ। ਜੇ ਤੁਸੀਂ ਅਕਾਲੀ ਦਲ ਦੀ ਪ੍ਰੈਜ਼ੈਂਟ ਸਥਿਤੀ ਦੇਖੋ ਜੀ, ਜਾਂ ਅਕਾਲੀ ਦਲ ਦੇ ਆਉਣ ਵਾਲੇ ਸਮੇਂ ਦਾ ਫਿਊਚਰ ਦੇਖੋ, ਇਹ ਜਿਹੜਾ ਸਵਾਲ ਜਿਹੜਾ ਤੁਸੀਂ ਰੇਜ਼ ਕੀਤਾ ਹੈ ਬਹੁਤ ਜ਼ਰੂਰੀ ਆ। ਇਹ ਸਾਨੂੰ, ਕਿਉਂਕਿ ਕਿਸੇ ਵੀ ਵਰਤਾਰੇ ਦੇ ਵਿੱਚ ਇੱਕ ਉਹਦਾ ਐਕਸਪਲੇਨੇਸ਼ਨ ਨਹੀਂ ਹੁੰਦੀ, ਇੱਕ ਰੀਜ਼ਨ ਨਹੀਂ ਹੁੰਦਾ, ਬਹੁਤ ਸਾਰੇ ਰੀਜ਼ਨ ਹੁੰਦੇ ਆ। ਅਕਾਲੀ ਦਲ ਦਾ ਜਿਹੜਾ ਮੈਂ ਕਹੂੰਗਾ ਵੀ ਇਸ ਵੇਲੇ ਕਮਜ਼ੋਰ ਹੋਣਾ, ਅਕਾਲੀ ਦਲ ਦਾ ਖਿਲਰਨਾ,
ਜਾਂ ਅਕਾਲੀ ਦਲ ਬਾਰੇ ਲੋਕਾਂ ਦੀ ਜਿਹੜੀ ਸੋਚ ਦਾ ਇੱਕ ਡਿਫਰੈਂਟ ਕਿਸਮ ਦਾ ਹੋਣਾ, ਉਹ 'ਚ ਵੱਡਾ ਕਾਰਨ ਇਹ ਹੋਇਆ ਕਿ ਜਿਹੜਾ ਇੱਕ ਵਰਤਾਰਾ ਸੀ ਕਿ ਇੱਕ ਜਿਹੜਾ ਹੈਗਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਨੂੰ ਜਿਹੜਾ ਸੀ, ਕਿਉਂਕਿ ਉਸ ਸਮੇਂ 'ਚ ਹੋਰ ਬਹੁਤ ਪ੍ਰੋਮੀਨੈਂਟ ਲੀਡਰ ਹੁੰਦੇ ਸੀਗੇ ਜਿਹੜਾ ਨੂੰ ਬਾਹਰ ਕਰਤਾ। ਮੈਨੂੰ ਲੱਗਦਾ ਕਿ ਜਿਹੜਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਸੀਗੇ, ਜਦੋਂ ਉਹਨਾਂ ਨੇ 2012 ਤੋਂ ਪਹਿਲਾਂ ਬਾਹਰ ਆਏ ਸੀ, ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈਗਾ ਸੀ, ਜਦੋਂ ਇਹਨਾਂ ਨੇ ਲੱਗਾ ਵੀ ਇਹ ਜਾਨਸ਼ੀਨ ਤੇ ਆਪਣਾ ਜਿਹੜਾ ਹੈਗਾ ਆਪਣੇ ਮੁੰਡੇ ਨੂੰ ਬਣਾ ਰਹੇ ਆ ਪਾਰਟੀ ਵਾਸਤੇ ਵੀ, ਡਿਪਟੀ ਚੀਫ ਮਿਨਿਸਟਰ ਵਾਸਤੇ, ਇਹ ਵਰਤਾਰਾ ਹੈਗਾ ਵਾ। ਪਰ ਅਸੀਂ ਹੁਣ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਦੇ ਉੱਤੋਂ ਇਹ ਵਰਤਾਰੇ ਨੇ ਬਹੁਤ ਸਾਰੀਆਂ ਉਹਨਾਂ ਪਾਰਟੀਆਂ ਲਈ ਬਹੁਤ ਵੱਡੇ ਚੈਲੰਜ ਵੀ ਪੈਦਾ ਕੀਤੇ ਆ। ਤੁਸੀਂ ਲਾਲੂ ਪ੍ਰਸਾਦ ਦੀ ਐਗਜ਼ਾਮਪਲ ਦਿੱਤੀ, ਉਹਨੂੰ ਲੈ ਸਕਦੇ ਹੋ। ਤੁਸੀਂ ਜਿਹੜਾ ਹੈਗਾ ਵਾ ਮੁਲਾਇਮ ਸਿੰਘ ਨੂੰ ਵੀ ਲੈ ਸਕਦੇ ਹੋ, ਉਹਦੇ ਵਿੱਚੋਂ ਵੀ ਉਹਦੇ ਘਰ ਦੇ ਵਿੱਚ ਵੀ ਖਿਲਾਰਾ ਹੈਗਾ। ਕਿਉਂਕਿ ਇਹ ਆਪਾਂ ਦੇਖਿਆ ਜਾਵੇ ਕਿ ਆਲ ਪਰਵੇਸਿਵ ਨਹੀਂ। ਹਾਂ ਠੀਕ ਆ, ਉਹਦੇ ਵਿੱਚ ਤਾਮਿਲਨਾਡੂ ਦੇ ਵਿੱਚ ਆਪਾਂ ਲੱਗਦਾ ਕਿ ਸਟਾਲਨ ਜਿਹੜਾ ਹੈਗਾ ਵਾ ਉਹ ਕਰੁਣਾਨਿਧੀ ਦਾ ਜਿਹੜਾ ਉਹ ਉਸੇ ਜਿਹੜੀ DMK ਪਾਰਟੀ ਚੱਲੀ ਆਉਂਦੀ ਆ, ਪਰ ਉਹ 10 ਸਾਲ ਬਾਹਰ ਰਹਿ ਕੇ ਮੁੜ ਕੇ ਪਾਵਰ ਦੇ ਵਿੱਚ ਆਏ ਆ। ਲਾਲੂ ਪ੍ਰਸਾਦ ਹੁਣੀ ਜਿਹੜੇ ਉਹਦੇ ਮੁੰਡੇ ਹੈਗੇ ਪਿਛਲੇ 20 ਸਾਲ ਤੋਂ ਪਾਵਰ ਦੇ ਵਿੱਚ ਬਾਅਦ ਹੈ, ਉਹ ਹੁਣ ਸਟਰਗਲ ਕਰ ਰਹੇ ਆ। ਮੈਨੂੰ ਲੱਗਦਾ ਵੀ ਉਹ ਜਿਹੜੇ 15-20 ਸਾਲ ਜਿਹੜੇ ਸੀ ਉਹਨਾਂ ਨੂੰ ਜਿਹੜਾ ਖਾਸ ਕਰਕੇ ਸਟਰਗਲ ਵਾਲਾ ਜਿਹੜਾ ਪੀਰੀਅਡ ਹੈਗਾ, ਹਾਂ ਐਡਵਾਂਟੇਜ ਮਿਲਿਆ ਕਿਉਂਕਿ ਉਹਨਾਂ ਦਾ ਬਾਪ ਜਿਹੜਾ ਸੀਗਾ ਉਹ ਪਾਰਟੀ ਨੂੰ ਹੈਡ ਕਰਦਾ ਸੀਗਾ। ਮੈਂ ਹੀ ਕਹਿੰਦਾ ਕਿ ਜਿਹੜੇ ਰਾਜਨੀਤਿਕ ਘਰਾਂ ਦੇ ਵਿੱਚ ਪੈਦਾ ਹੋਏ ਜਿਹੜੇ ਬੱਚੇ ਹੈਗੇ ਆ, ਉਹ ਤੁਹਾਡੇ ਸਾਡੇ ਨਾਲੋਂ ਉਹਨਾਂ ਦਾ ਇੱਕ ਅਪਰ ਹੈਂਡ ਹੁੰਦਾ, ਐਡਵਾਂਟੇਜ ਹੁੰਦਾ, ਕਿਉਂਕਿ ਉਹਨਾਂ ਦੀ ਰਾਜਨੀਤਿਕ ਸੋਸ਼ਲਾਈਜੇਸ਼ਨ ਘਰ ਦੇ ਵਿੱਚੋਂ ਇਸ ਕਿਸਮ ਦੀ ਹੁੰਦੀ ਆ, ਜਾਂ ਉਹਨਾਂ ਦਾ ਵਰਤਾਰਾ ਇਸ ਕਿਸਮ ਦਾ ਬਣਦਾ ਕਿ ਉਹਨਾਂ ਨੂੰ ਐਡਵਾਂਟੇਜ ਮਿਲਦਾ। ਮੈਨੂੰ ਲੱਗਦਾ ਕਿ ਇਹ ਜਿਹੜੀ ਸਮੱਸਿਆ ਹੈਗੀ ਆ, ਇਹ ਬਿਲਕੁਲ ਠੀਕ ਆ ਕਿ ਇਹ ਪਾਰਲੀਮੈਂਟਰੀ ਸਿਸਟਮ ਵਾਸਤੇ, ਡੈਮੋਕ੍ਰੇਸੀ ਵਾਸਤੇ ਇਹ ਕੋਈ ਬਹੁਤ ਚੰਗੀ ਚੀਜ਼ ਨਹੀਂ ਹੈਗੀ ਕਿ ਜਦੋਂ ਪਾਵਰ ਖਾਸ ਕਰਕੇ ਰੀਜਨਲ ਪਾਰਟੀ ਦੇ ਵਿੱਚ ਹੁੰਦਾ ਕੀ ਆ ਕਿ ਪਾਰਟੀ ਵੀ ਤੁਹਾਡੇ ਕੋਲ ਹੁੰਦੀ ਆ ਤੇ ਜਿਹੜੀ ਤੁਹਾਡੀ ਸਰਕਾਰ ਵੀ ਤੁਹਾਡੇ ਕੋਲ ਹੁੰਦੀ ਆ, ਤੇ ਇਸ ਕਰਕੇ ਫਿਰ ਲੋਕਾਂ ਨੂੰ ਕੋਈ ਰਾਹ ਨਹੀਂ ਮਿਲਦਾ, ਤੇ ਉਹ ਜਿਹੜੇ ਰਜੀਮ ਹੁੰਦੇ ਆ ਫਿਰ ਕਈ ਵਾਰੀ ਬਹੁਤ ਜ਼ਿਆਦਾ ਲੋਕਾਂ ਦੇ ਖਿਲਾਫ ਜਿਹੜਾ ਉਹ ਕੰਮ ਕਰਦੇ। ਪ੍ਰੋਫੈਸਰ ਸਾਹਿਬ, ਇੱਥੇ ਇੱਕ ਚੀਜ਼ ਬੜੀ ਅਹਿਮ ਆ ਕਿ ਜਦੋਂ ਕੋਈ ਵਿਅਕਤੀ ਸਧਾਰਨਤਾ ਚੋਂ ਸਿਆਸਤ ਵਿੱਚ ਪਾਵਰ ਚ ਆਉਂਦਾ ਹੈ ਤੇ ਉਹਦਾ ਤਰੀਕਾਕਾਰ ਦੂਜਿਆਂ ਨਾਲੋਂ ਵੱਖਰਾ ਹੁੰਦਾ, ਪਿਤਾ ਪੁਰਖੀ ਤੁਰਦੀਆਂ ਸਿਆਸਤਾਂ ਨਾਲੋਂ। ਜੇ ਅੱਜ ਦੇ ਦਿਨ ਚ ਤੁਸੀਂ ਪ੍ਰਗਟ ਸਿੰਘ ਨੂੰ ਦੇਖਦੇ ਹੋ ਤੇ ਪ੍ਰਗਟ ਸਿੰਘ ਜਿਸ ਤਰੀਕੇ ਨਾਲ ਦਿਨ ਦੇ ਲਗਭਗ 15-15 ਘੰਟੇ ਕੰਮ ਕਰ ਰਹੇ ਆ ਬਤੌਰ ਮਿਨਿਸਟਰ, ਜੇਕਰ ਅਸੀਂ ਰਾਜਾ ਵੜਿੰਗ ਨੂੰ ਦੇਖਦੇ ਆ, ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਕੋਈ ਵਿਰਾਸਤ ਇਸ ਤਰ੍ਹਾਂ ਦੀ ਉਹਨਾਂ ਨੂੰ ਪਿਤਾ ਪੁਰਖੀ ਮਿਲਿਆ ਕਿ ਨਹੀਂ। ਇਹ ਲੋਕ ਜਦੋਂ ਸ਼ੌਂਕ ਨਾਲ ਆਉਂਦੇ ਆ, ਜੋਸ਼ ਨਾਲ ਆਉਂਦੇ ਆ, ਤੇ ਫਿਰ ਉਹ ਕੁਝ ਕਰਨ ਦਾ ਮਾਦਾ ਹੁੰਦਾ, ਜਜ਼ਬਾ ਵੀ ਹੁੰਦਾ। ਜਿਹੜੀ ਪਿਤਾ ਪੁਰਖੀ ਸਿਆਸਤ ਆ ਉਹ ਹਰੇਕ ਪਾਰਟੀ ਦੇ ਵਿੱਚ ਹਰੇਕ ਬੰਦਾ ਆਪਣੇ ਬੱਚਿਆਂ ਨੂੰ ਅੱਗੇ ਵਧਾ ਰਿਹਾ, ਤਾਈਓ ਕੋਈ ਇੱਕ ਦੂਜੇ ਦਾ ਵਿਰੋਧ ਨਹੀਂ ਕਰਦਾ। ਸੋ ਇਹਦਾ ਕਿੱਥੇ ਜਾ ਕੇ ਅੰਤ ਕਿੱਥੇ ਦੇਖਦੇ ਹੋ? ਮੈਨੂੰ ਲੱਗਦਾ ਹੈ ਕਿ ਸਾਡੀ ਡੈਮੋਕ੍ਰੇਸੀ ਬਹੁਤ ਓਪਨ ਹੈ। ਇਹ ਤੁਸੀਂ ਦੇਖੋ ਵੀ ਇਹ ਦੇਸ਼ ਦੇ ਵਿੱਚ ਲੋਕਤੰਤਰ ਇੰਨੀ ਵੱਡੀ ਭੁੱਖਨਾਨ ਦੇ ਬਿਨਾਂ, ਭੁੱਖਨਾਨ ਦੇ ਹੋਣ ਨਾਲ, ਸਭ ਕੁਝ ਉਹ ਔਕਵਰਡ ਹੋਣ ਦੇ ਨਾਲ ਵੀ ਡੈਮੋਕ੍ਰੇਸੀ ਜਿਹੜੀ ਆ ਉਹ ਪਿਛਲੇ 17-75 ਸਾਲਾਂ 'ਚ ਅੱਗੇ ਵਧੀ ਆ। ਉਹ ਮੈਨੂੰ ਮੈਂ ਕਹੂੰਗਾ ਕਿ ਮਜ਼ਬੂਤ ਵੀ ਹੋਈ ਆ। ਉਹ ਦੇਖੋ ਕਾਰਨ ਆ ਕਿ ਸਾਡੇ ਕੋਲ ਓਪਨ ਸਪੇਸ ਹੈਗੀ ਆ, ਔਰ ਖਾਸ ਕਰਕੇ ਅਸੀਂ ਹੁਣ ਇਸ ਜੰਕਸ਼ਨ ਤੇ ਪਹੁੰਚ ਚੁੱਕੇ ਹਾਂ, ਇਸ ਲੈਵਲ ਤੇ ਪਹੁੰਚ ਚੁੱਕੇ ਹਾਂ ਕਿ ਜਿੱਥੇ ਇਹ ਚੀਜ਼ ਜਿਹੜੀ ਹੈ ਲੋਕਾਂ ਨੂੰ ਬਹੁਤਾ ਲੋਕੀ ਲਾਈਕ ਨਹੀਂ ਕਰਦੇ। ਜਿਹੜਾ ਪੁੱਤਾ ਪੁਰਖੀ ਕੰਮ ਵਾਲਾ ਹੈ, ਇਹਦੇ ਵਿੱਚ ਜਿਹੜੇ ਆਮ ਲੋਕਾਂ ਨੂੰ ਵੀ ਜਗ੍ਹਾ ਮਿਲ ਜਾਂਦੀ ਆ, ਆਮ ਲੋਕਾਂ ਨੂੰ ਵੀ ਸਪੇਸ ਮਿਲ ਜਾਂਦੀ ਜਿਹੜੀ ਆਪਣੀ ਜਗ੍ਹਾ ਤੁਸੀਂ ਬਣਾ ਕੇ ਆਉਂਦੇ ਹੋ। ਹਾਂ, ਪ੍ਰਗਟ ਸਿੰਘ ਦੀ ਤੁਸੀਂ ਗੱਲ ਕੀਤੀ ਹੈ। ਪ੍ਰਗਟ ਸਿੰਘ ਤਾਂ ਵੈਸੇ ਹੀ ਉਸ ਹਿਸਾਬ ਨਾਲ ਇੱਕ ਮਤਲਬ ਉਹਨੂੰ ਕਹਿ ਸਕਦੇ ਹਾਂ ਕਿ ਸੈਲੀਬ੍ਰਿਟੀ ਸੀਗਾ, ਹਾਕੀ ਦਾ ਕਪਤਾਨ ਸੀਗਾ, ਡਾਇਰੈਕਟਰ ਸਪੋਰਟਸ ਸੀਗਾ, ਅਕਾਲੀ ਦਲ ਵਾਲੇ ਨੂੰ ਲੈ ਕੇ ਆਏ ਸੀ, ਉਹਦੀ ਛਵੀ ਵੀ ਸੀਗੀ। ਫਿਰ ਮੁੜ ਕੇ ਉਹ ਤੁਹਾਨੂੰ ਲੱਗਾ ਵੀ ਉੱਥੇ ਨਹੀਂ ਮੈਂ ਕੰਮ ਕਰ ਸਕਦਾ, ਕਾਂਗਰਸ ਦੇ ਵਿੱਚ ਆਇਆ, ਉਹ ਫਾਈਟ ਕੀਤਾ। ਬਸ ਇਹੀ ਤਾਂ ਬਿਊਟੀ ਸਾਡੀ ਡੈਮੋਕ੍ਰੇਸੀ ਦੀ ਹੈਗੀ ਆ। ਇਹੀ ਇਸੇ ਕਰਕੇ ਸਾਡਾ ਲੋਕਤੰਤਰ ਦੇ ਵਿੱਚ ਥੋੜੀ ਬਹੁਤੀ ਆਸ ਸਾਡੀ ਬਚੀ ਆ ਕਿ ਉਹਦੇ ਵਿੱਚ, ਕਿਉਂਕਿ ਇਸ ਕਿਸਮ ਦੇ ਲੋਕ ਹੈਗੇ ਆ, ਇਹ ਨਹੀਂ ਵੀ ਉਹਦੇ ਵਿੱਚ ਇਹਨਾਂ ਦੀ ਜਗ੍ਹਾ ਨਹੀਂ ਹੈਗੀ। ਹਾਂ, ਇਹ ਠੀਕ ਆ ਵੀ ਕਈ ਵਾਰੀ ਸਾਡੀ ਸੋਚ ਅਸੀਂ ਫੋਕਸ ਉਹਨਾਂ ਦੇ ਉੱਤੇ ਕਰ ਲੈਂਦੇ ਆ ਕਿ ਜਿਹੜੇ ਬਹੁਤ ਥੋੜੇ ਹੁੰਦੇ ਆ, ਪਰ ਉਹ ਸਾਨੂੰ ਕਈ ਵਾਰੀ ਚੰਗੇ ਨਹੀਂ ਲੱਗਦੇ ਵੀ ਇਹ ਜੋ, ਕਿਉਂਕਿ ਉਹ ਕੰਮ ਇਸ ਤਰੀਕੇ ਦੇ ਕਰਦੇ ਹੁੰਦੇ ਆ ਤੇ ਆਪਾਂ ਸਾਰਾ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਵਿਵਹਾਰ ਆ ਉਹ ਕਈ ਵਾਰੀ ਉਹਨਾਂ ਦੇ ਖਾਨਦਾਨੀ ਰਾਜਨੀਤੀ ਦੇ ਨਾਲ ਪਾ ਦਿੰਦੇ ਆ। ਇਹ ਗੱਲ ਠੀਕ ਆ ਕਿ ਜਿਹੜੇ ਖਾਨਦਾਨੀ ਰਾਜਨੀਤੀ ਜਿਹੜੀ ਉਹ ਚੱਲੀ ਜਾਂਦੀ ਆ, ਪਰ ਮੈਨੂੰ ਇਹ ਲੱਗਦਾ ਹੁਣ ਇਸ ਵੇਲੇ ਕਿ ਸ਼ਾਇਦ ਉਹਨਾਂ ਲਈ ਵੀ ਬਹੁਤ ਵੱਡੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਸਾਨ ਨਹੀਂ ਹੈਗਾ। ਉਹਦਾ ਰੀਜ਼ਨ ਇੱਕ ਇਹ ਹੈ ਜਿਹੜਾ ਮੈਨੂੰ ਸਮਝ ਆਉਂਦੀ ਆ ਕਿ ਵੋਟਰ ਆਟੋਨਮਸ ਹੋ ਰਿਹਾ। ਅਸੀਂ ਲੋਕ ਠੀਕ ਆ ਥੋੜਾ ਪੋਲੀਟੀਕਲ ਹੋ ਰਹੇ ਹਾਂ, ਅਸੀਂ ਉਸ ਤਰੀਕੇ ਨਾਲ ਪੋਲੀਟੀਕਲ ਨਹੀਂ ਹੋ ਰਹੇ ਜਿੱਦਾਂ ਅਸੀਂ ਆਰਗੇਨਾਈਜ਼ ਹੋ ਗਏ। ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਜਿਸ ਕਿਸਮ ਦੀਆਂ ਦਰਪੇਸ਼ ਮਸਲੇ ਸਾਨੂੰ ਆ ਰਹੇ ਆ, ਸਾਡੀ ਡੇ ਟੂ ਡੇ ਰਜਿਸਟੈਂਸ ਉਨੀ ਜ਼ਿਆਦਾ ਨਹੀਂ ਹੈਗੀ, ਖਾਸ ਕਰਕੇ ਜਿਹੜੇ ਆਮ ਰੋਜ਼ਮਰਾ ਦੀ ਜ਼ਿੰਦਗੀ ਵਾਲੇ ਪਾਸੇ ਵਾਲਾ। ਪਰ ਜਦੋਂ ਸਾਡੀ ਵੋਟ ਪਾਉਣ ਦੀ ਗੱਲ ਆਉਂਦੀ ਆ, ਵੋਟ ਦੇ ਵਿੱਚ ਅਸੀਂ ਆਟੋਨਮਸ ਹੈਗੇ ਆ। ਤੁਸੀਂ ਦੇਖਿਆ ਪਹਿਲਾਂ ਜਾਤ ਪਾਤ ਵਾਲੀ ਗੱਲ ਹੁੰਦੀ ਸੀਗੀ, ਅਜੇ ਵੀ ਜਾਤ ਪਾਤ ਦੀ ਗੱਲ ਹੈਗੀ ਆ, ਕਿਉਂਕਿ ਪੋਲੀਟੀਕਲ ਪਾਰਟੀਆਂ ਉਸ ਏਰੀਏ 'ਚ ਬੰਦਾ ਹੀ ਉਹ ਖੜਾ ਕਰਦੇ ਆ ਜਿਹਦੀ ਵਿੱਚ ਉੱਥੇ ਜਾਤ ਦੀ ਮੈਜੋਰਟੀ ਹੋਵੇ, ਧਰਮ ਦੀ ਮੈਜੋਰਟੀ ਹੋਵੇ।
ਪਰ ਅਸੀਂ ਵੇਖਿਆ ਕਿ ਵੋਟਰਾਂ ਦਾ ਜਿਹੜਾ ਰਿਸਪੌਂਸ ਹੋਇਆ, ਮੈਂ ਅੱਗੇ ਵੀ ਕਿਹਾ ਸੀ ਤੁਹਾਨੂੰ ਵੀ 96 ਤੋਂ ਬਾਅਦ 2019 ਤੱਕ ਤੁਸੀਂ ਦੇਖੋ ਵੋਟਰ ਅਟੋਨਮਸ ਹੋਇਆ, ਪਹਿਲੋਂ ਨੂੰ ਵੋਟਰ ਇੰਡੀਪੈਂਡੈਂਟ ਹੋਇਆ ਵਾ। ਤੇ ਜਦੋਂ ਵੋਟਰ ਅਟੋਨਮਸ ਤੇ ਇੰਡੀਪੈਂਡੈਂਟ ਹੁੰਦਾ ਵਾ, ਫਿਰ ਜਿਹੜੀ ਖਾਸ ਕਰਕੇ ਜਿਹੜੀ ਪਰਿਵਾਰਕ ਰਾਜਨੀਤੀ ਆ, ਇਹ ਸਿੱਧਾ ਇਹਨੂੰ ਚੈਲੰਜ ਹੈਗਾ ਔਰ ਇਹਦੇ ਵਿੱਚ ਜਿਹੜਾ ਹੈਗਾ ਆਮ ਲੋਕਾਂ ਨੂੰ ਰਸਤਾ ਮਿਲਦਾ। ਪਰ ਰੀਜ਼ਨ ਇਹ ਹੈਗਾ ਕਿ ਸਾਡੀ ਇਲੈਕਸ਼ਨ ਇੰਨੀ ਥੱਲੇ ਗਿਰ ਚੁੱਕੀ ਆ, ਇੰਨੀ ਪੈਸੇ ਦੀ ਸਿਆਸਤ ਮਿਲ ਚੁੱਕੀ ਆ, ਜਿਸ ਤਰੀਕੇ ਦੇ ਨਾਲ ਮੀਡੀਆ ਨੂੰ ਯੂਜ਼ ਕੀਤਾ ਜਾਂਦਾ ਹੈ ਜਾਂ ਉਹਦੇ ਉੱਤੇ ਪੈਸਾ ਲਾਇਆ ਜਾਂਦਾ ਹੈ ਜਾਂ ਉਹ ਸਾਰੇ ਸਾਧਨ ਵਰਤੇ ਜਾਂਦੇ ਆ, ਚਾਹੇ ਉਹ ਮਸਲ ਪਾਵਰ ਹੋਵੇ, ਚਾਹੇ ਮਨੀ ਵੀ ਆ ਜਾਂਦੀ ਆ, ਡਰਾਉਣ ਧਮਕਾਉਣ ਹੋਵੇ, ਰਿਸੋਰਸਿਸ ਦੀ ਵੀ ਹੁੰਦੀ ਆ। ਪਰ ਕਹਿਣ ਤੋਂ ਭਾਵੇਂ ਹੈਗਾ ਕਿ ਇਹ ਜਿਹੜੀ ਖਾਨਦਾਨੀ ਰਾਜਨੀਤੀ ਹੈਗੀ ਆ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਜ਼ਿਆਦਾ ਇੰਟਰੈਂਚਡ ਹੋ ਰਹੀ ਆ ਜਾਂ ਲੋਕੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਆਪਾਂ ਨੂੰ ਦੇਖਣਾ ਪਊਗਾ ਵੀ ਜੇ 28 ਸਾਡੇ ਕੋਲ ਸਟੇਟਾਂ ਹੈਗੀਆਂ, ਉਹ ਕਿੰਨੀਆਂ ਸਟੇਟਾਂ ਦੇ ਵਿੱਚ ਇਹ ਕਿੰਨੀ ਕੁ ਕਾਮਯਾਬ ਆ, ਆਪਾਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ। ਹੁਣ ਕੁਝ ਸਟੇਟਸ ਹੈਗੇ, ਤੁਸੀਂ ਮਮਤਾ ਦੀ ਗੱਲ ਕੀਤੀ ਆ, ਇਹ ਠੀਕ ਆ ਗੱਲ ਵੀ ਸ਼ਾਇਦ ਉਹਨਾਂ ਨੂੰ ਕੌਨਫੀਡੈਂਟ ਲੋਕਾਂ ਦੀ ਲੋੜ ਹੁੰਦੀ ਆ। ਸਾਡੀ ਜਿਹੜੀ ਪੋਲੀਟੀਕਲ ਜਿਹੜੀ ਮੋਰੈਲਿਟੀ ਹੈਗੀ ਆ ਸਾਰਿਆਂ ਦੀ, ਵੋਟਰਾਂ ਦੀ ਵੀ ਤੇ ਦੂਸਰੇ ਪਾਸੇ ਵਾਲ ਵੀ, ਉਹ ਵੀ ਸਾਨੂੰ ਜਿਹੜੀ ਹੈਗੀ ਉਹਦੇ ਉੱਤੇ ਵੀ ਝਾਤ ਮਾਰਨ ਦੀ ਲੋੜ ਹੁੰਦੀ ਹੈਗੀ ਆ। ਕਿਉਂਕਿ ਰਾਜਨੀਤੀ ਤੁਸੀਂ ਕਿਹਾ ਕਿ ਇੱਕ ਧੰਦਾ ਬਣ ਚੁੱਕਾ ਹੈ। ਆਪਾਂ ਪਹਿਲੇ ਸਮੇਂ ਦੇਖਿਆ ਕਿ ਰਾਜਨੀਤੀ ਇੱਕ ਬਹੁਤ ਵੱਡਾ ਬਿਜ਼ਨਸ ਹੈ। ਹਰ ਪਾਸੋਂ ਲਾ ਕੇ ਵੇਖ ਲਓ ਤੁਸੀਂ, MLA ਬਣ ਜਾਓ, ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ, ਦੂਸਰੇ ਪਾਸੇ ਨਹੀਂ ਮਿਲਦੀ। ਹੋਰ ਜੋ ਵੀ ਕੁਝ ਬਣ ਜਾਂਦੀ ਉਹ ਤੁਹਾਨੂੰ ਰਿਸੋਰਸ, ਤੁਹਾਨੂੰ ਬਹੁਤ ਜ਼ਿਆਦਾ ਰਿਸੋਰਸ ਜਨਰੇਟ ਕਰਦੀ ਹੈ, ਅਟਰੈਕਟ ਬਹੁਤ ਜ਼ਿਆਦਾ ਕਰਦੀ ਹੈ। ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ।